जियो। गुरु नानक अंगद गुरु, अमरदास पदबंद। रामदास अर्जन गुरु, वर श्री हर गोविंद। हरि राय हर कृष्ण गुरु, तेग बहादुर चंद। दसवें गोविंद सिंह गुरु, नमो चरण अरविंद। श्री गुरु शब्द कमाए जन, जीते पंच विकार। तिन संतन को वंदना, सिर चरणन परतार। एक अंकारा सतगुरु, तिह प्रसाद सच होय। वाहिगुरु जी की फतेह, विघ्न विनाशन सोय। वाहिगुरु जी की फतेह, विघ्न विनाशन सोय। वाहेगुरु साहिब जियो, दोहरा ताए चरण बाला परयो। बिनती मुख हो अलाय, हे सतगुर निस जुग बिती। लोप कहाँ जी थाय, दोहरा ताए चरण बाला परयो। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जी, ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਜੋ ਮੁੱਢ ਤੋਂ ਹੀ ਪੜ੍ਹਨਾ ਸੁਣਨਾ ਪ੍ਰਾਰੰਭ ਕੀਤਾ ਹੈ, ਇਸ ਨੂੰ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਪ੍ਰਸੰਗ ਆਪਾਂ ਵਿਸਥਾਰ ਨਾਲ ਸੁਣੀ ਲਿਆ, ਸੁਲਤਾਨਪੁਰ ਸਾਹਿਬ ਵਿਖੇ जिथे गुरु की बेर गुरुद्वारा सभाएमान है, बेई नदी के किनारे ऊपर गुरु नानक साहब जी सभा पैर रात रहिंदे हैं। रोज ही अमृत वेले उठ के नदी के किनारे चले जाते सन। उन्हां नाल गुरु क्रिया करके दातन कुरला करदे, फिर इशनान करके उत्थे कुछ समय वस्त्र पहन के समाधि ला के बैठ जाते सन। फिर मोदी खाने वाले थां पहुँच गुरुद्वारा हट साहिब पहुँचते सन। सारी दिहाड़ी फिर इत्थे शाम नूं अपने घर विच परत जाते सन। इस तरह आप जी की नित क्रिया सी। एक अमृत वेले के समय जो महाराज दातन कुरला करन लई इशनान करन लई तैयार सन,
999 ਨਦੀਆਂ ਦਾ ਮਾਲਕ ਜਿਹਨੂੰ ਬਰਨ ਦੇਵਤਾ ਜਾਂ ਮੁਸਲਮਾਨ ਖਵਾਜਾ ਕਹਿੰਦੇ ਨੇ, ਉਹ ਵਿਵਾਨ ਲੈ ਕੇ ਆ ਖੜੋਤਾ ਹੈ। ਕਹਿੰਦਾ ਮਹਾਰਾਜ ਮੇਰੇ ਘਰ ਵਿੱਚ ਚਰਨ ਪਾਓ, ਇਹ ਜਿਹੜੇ ਜਲ ਜੰਤੂ ਮਹਾਰਾਜ ਇਹਨਾਂ ਦੀ ਮੁਕਤੀ ਕਰੋ। ਉਹਦੀ ਬੇਨਤੀ ਮੰਨ ਕੇ ਮਹਾਰਾਜ ਉਹਦੇ ਵਿਵਾਨ ਵਿੱਚ ਬੈਠ ਕੇ ਉਹ ਖੀਰ ਸਮੁੰਦਰ ਵਿੱਚ ਲੈ ਗਿਆ, ਦੁੱਧ ਦੇ ਸਮੁੰਦਰ ਵਿੱਚ। ਇਸ ਤਰ੍ਹਾਂ ਜਿਹੜਾ ਇਹ ਖੀਰ ਸਮੁੰਦਰ ਦੇ ਵਿਸ਼ੇਸ਼ ਨਾਗਰੀ ਸੇ ਜਾਤੇ ਵਿਰਾਜਣ ਵਾਲਾ ਵਿਸ਼ਨੂੰ ਭਗਵਾਨ ਹੈ, ਉਹਨੂੰ ਪਤਾ ਚੱਲਿਆ ਵੀ ਗੁਰੂ ਨਾਨਕ ਸਾਹਿਬ ਜੀ ਬਰਨ ਦੇਵਤੇ ਦੇ ਘਰ ਆਏ ਹੈ। ਇਹ ਲక్ష్ਮੀ ਸੈਰ ਚੱਲ ਕੇ ਆਏ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਜੀਆਂ ਆਖਿਆ ਹੈ ਤੇ ਫਿਰ ਬੇਨਤੀ ਕਰਕੇ ਆਪਣੇ ਸਥਾਨ ਤੇ ਵੀ ਇਹ ਲੈ ਗਿਆ ਹੈ। ਸ਼ੇਸ਼ ਨਾਗ ਦੀ ਸੇਜਾ ਉੱਪਰ ਮਹਾਰਾਜ ਜੀ ਨੇ ਸੁਆਏ ਮਾਨ ਕੀਤਾ, ਆਪ ਹੱਥ ਜੋੜ ਕੇ ਅੱਗੇ ਬੈਠਾ ਹੈ। ਕਿਹਾ ਮਹਾਰਾਜ ਧੰਨ ਭਾਗ ਹੈ ਜੀ ਮੇਰੇ ਘਰ ਆਪ ਜੀ ਨੇ ਚਰਨ ਪਾਏ ਆ ਮਹਾਨ। ਮਹਾਰਾਜ ਕਹਿੰਦੇ ਆਪਾਂ ਸਭ ਪਰਮੇਸ਼ਰ ਦੇ ਸਿੱਖ ਸੇਵਕ ਹਾਂ, ਜਿਵੇਂ ਜਿਵੇਂ ਹੁਕਮ ਹੁੰਦਾ ਉਵੇਂ ਆਪਾਂ ਕਰੀ ਕਰਾਈ ਜਾਂਦੇ ਹਾਂ, ਕਿਉਂਕਿ ਭਾਵ ਭਗਤੀ ਵਾਲਾ ਸਰੂਪ ਪ੍ਰਗਟ ਕੀਤਾ ਹੈ। ਆਪਾਂ ਪਰਮੇਸ਼ਰ ਰੂਪ ਹੀ ਹੈ, ਪਰ ਫਿਰ ਵੀ ਕਹਿੰਦੇ ਆਪਾਂ ਸਾਰੇ ਵਾਹਿਗੁਰੂ ਦੇ ਸੇਵਕ ਹਾਂ। ਇਹੀ 10 ਜਾਮਿਆਂ ਦੀ ਗੁਰੂ ਅਵਤਾਰਾਂ ਦੀ ਵਿਸ਼ੇਸ਼ਤਾ ਹੈ। ਕਿਸੇ ਨੇ ਆਪਣੇ ਆਪ ਨੂੰ ਜਨਾਇਆ ਨਹੀਂ ਵੀ ਅਸੀਂ ਪਰਮੇਸ਼ਰ ਹਾਂ, ਬਾਕੀ ਜਿੰਨੇ ਪਰਮੇਸ਼ਰ ਨੇ ਭੇਜੇ ਇੱਥੇ ਉਹ ਆਪ ਹੀ ਪਰਮੇਸ਼ਰ ਬਣ ਬੈਠੇ। ਗੁਰੂ ਕਲਗੀਧਰ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਖੋਲ ਖੋਲ ਕੇ ਕਹੇ, ਬ੍ਰਹਮਾ ਪਾਰ ਬ੍ਰਹਮ ਕਰਮਾਨਾ ਪ੍ਰਭੂ ਨ ਕਿਨਹੂ ਜਾਨਾ, ਮਹਾਦੇਵ ਚਿਤ ਕਹਿਵਾਇਓ ਵਿਸ਼ਨ ਆਪ ਹੀ ਕੋ ਠਹਿਰਾਇਓ। ਇਹ ਜਿੰਨੇ ਵੀ ਭੇਜੇ ਸਾਰਿਆਂ ਨੂੰ ਆਪੋ ਆਪਣੇ ਰੱਬ ਕਹਾਉਣ ਦੀ ਪੈ ਗਈ ਵੀ ਅਸੀਂ ਹੈ ਸਭ ਕਿ ਸਾਨੂੰ ਮੰਨੋ ਪੂਜੋ ਸਾਥੋਂ ਬਗੈਰ ਕੋਈ ਨਹੀਂ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਇਹ 10 ਰੂਪ ਧਾਰੇ, ਕਦੇ ਵੀ ਆਪਣੀ ਜ਼ੁਬਾਨ ਤੋਂ ਇਹ ਲਫ਼ਜ਼ ਨਹੀਂ ਕਹੇ ਵੀ ਅਸੀਂ ਪਰਮੇਸ਼ਰ ਹਾਂ, ਅਸੀਂ ਰੱਬ ਹਾਂ। ਇਸ ਤਰ੍ਹਾਂ ਦੇ ਲਫ਼ਜ਼ ਕਹਿ ਕੇ ਫਿਰ ਮਹਾਰਾਜ ਵਾਪਸ, ਕਿਉਂਕਿ ਭੈਣ ਨਾਨਕੀ ਜੀ ਸਮਾਧੀ ਲਈ ਚੇਤੇ ਕਰ ਰਹੇ ਰਾਹ ਰਹੇ ਸੀ, ਉਹ ਪ੍ਰੇਮ ਦੇ ਖਿੱਚੇ ਫਿਰ ਰਿਹਾ ਨਾ ਗਿਆ। ਫਿਰ ਵਾਪਸ ਪਰਤ ਆਏ ਨੇ। ਉਹ ਜਿੱਥੇ ਸੰਤ ਘਾਟ ਗੁਰਦੁਆਰਾ ਬਣਿਆ ਹੋਇਆ ਉੱਥੇ ਗੁਰੂ ਮਹਾਰਾਜ ਜੀ ਨਦੀ ਤੋਂ ਬਾਹਰ ਆ ਬੈਠੇ। ਉਧਰ ਜਿਹੜਾ ਸੇਵ ਭਾਈ ਫਕੀਰ ਰੋਜ਼ ਕੱਪੜੇ ਲੈ ਕੇ ਨਦੀ ਦੇ ਆ ਕੇ ਕਿਨਾਰੇ ਖੜੋਂਦਾ ਸੀ। ਜਦੋਂ ਮਹਾਰਾਜ ਨੂੰ ਦੂਰੋਂ ਦੇਖਿਆ ਭੱਜ ਕੇ ਗਿਆ, ਬਸ ਲੈ ਕੇ ਕਹਿ ਗਿਆ ਮਹਾਰਾਜ ਕਿੱਧਰ ਚਲੇ ਗਏ ਸੀ। ਤੇ ਉਧਰ ਜਦੋਂ ਨਵਾਬ ਨੂੰ ਹੋਰ ਸਾਰੇ ਪਰਿਵਾਰ ਨੂੰ ਪਤਾ ਚੱਲਿਆ ਹੈ, ਸਭੀ ਨਦੀ ਦੇ ਕਿਨਾਰੇ ਜਾ ਪਹੁੰਚੇ ਨੇ। ਭਾਈ ਬਾਲਾ ਵੀ, ਭਾਈ ਮਰਦਾਨਾ ਜੀ ਵੀ, ਜਿਵੇਂ ਸਾਰਿਆਂ ਨੇ ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਇਹ ਨਿਧਨ ਕਿੱਥੇ ਗੁਪਤ ਰਹੇ, ਜਿਵੇਂ ਆਪ ਜੀ ਨੇ ਉਹ ਬਚਨ ਕਹੇ ਸੀ। ਤੇ ਬਾਕੀ ਮੋਦੀ ਖਾਨੇ ਦਾ ਕਾਰ ਵਿਹਾਰ ਛੱਡ ਕੇ ਸਭ ਕੁਝ ਲੁਟਾ ਫਟਾ ਕੇ ਜੰਗਲ ਵਿੱਚ ਬਿਆਬਾਨ ਵਿੱਚ ਚਲੇ ਗਏ ਸਨ। ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਸ ਤਰ੍ਹਾਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਧਾਏ ਚਰਨ ਬਾਲਾ ਪਰਿਓ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਈ ਨਦੀ ਦੇ ਕਿਨਾਰੇ ਉੱਪਰ ਚੌਂਕੜਾ ਮਾਰ ਕੇ ਬੈਠਿਆ ਹੋਇਆ ਦੇਖਿਆ ਹੈ, ਸਭ ਤੋਂ ਪਹਿਲਾਂ ਭਾਈ ਬਾਲਾ ਜੀ
ਦੌੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ ਹੈ। ਬਿਨਤੀ ਮੁਖੋਂ ਅਲਾਇ, ਮੱਥਾ ਟੇਕ ਕੇ ਮੁਖੋਂ ਇਸ ਤਰ੍ਹਾਂ ਦੇ ਬੇਨਤੀ ਰੂਪ ਵਿੱਚ ਬਚਨ ਕਹੇ ਹਨ। ਹੇ ਸਤਿਗੁਰ ਨਿਸ ਜੁਗ ਬੀਤੀ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੋ ਰਾਤਾਂ ਆਪ ਜੀ ਨੂੰ ਲੰਘ ਗਈਆਂ ਹਨ। ਲੋਪ ਕਹਾਂ ਜੀ ਥਾ, ਬਈ ਨਦੀ ਵਿੱਚੋਂ ਮਹਾਰਾਜ ਚੁੱਭਾ ਜਾ ਮਾਰ ਕਿੱਥੇ ਆਪ ਗੁਪਤ ਹੋ ਗਏ, ਕਿੱਥੇ ਚਲੇ ਗਏ ਸੀ, ਮੈਨੂੰ ਥੋੜਾ ਬਹੁਤਾ ਦੱਸੋ। ਸ੍ਰੀ ਸਤਿਗੁਰ ਤਬ ਬਰਨ ਕੀ, ਗੁਰੂ ਮਹਾਰਾਜ ਨੇ ਹੁਣ ਭਾਈ ਬਾਲਾ ਜੀ ਦੇ ਨਾਲ ਅਥਾਹ ਪਿਆਰ ਸੀ, ਕੋਈ ਗੋਤ ਰੱਖ ਨਹੀਂ ਸਕਦੇ ਸਨ। ਕਹਿਣ ਲੱਗੇ ਵੀ ਭਾਈ ਬਾਲਾ ਜਿਹੜਾ ਏ 999 ਨਦੀਆਂ ਦਾ ਮਾਲਕ ਹੈ ਨਾ, ਜਿਹਨੂੰ ਲੋਕ ਬਰਨ ਦੇਵਤਾ ਜਾਂ ਖਵਾਜਾ ਕਹਿੰਦੇ ਹਨ। ਪੁੰਨ ਵਿਸ਼ਨੂੰ ਕੀ ਗਾਥ, ਬੇਬਰਨ ਦੇਵਤਾ ਵਿਵਾਨ ਲੈ ਕੇ ਆ ਗਿਆ ਸੀ ਵੀ ਮਹਾਰਾਜ ਜਿੰਨੇ ਜਲ ਜੰਤੂ ਇਹਨਾਂ ਨੂੰ ਵੀ ਮੁਕਤ ਕਰੋ, ਇਹਨਾਂ ਨੂੰ 84 ਦੇ ਚੱਕਰ ਵਿੱਚੋਂ ਕੱਢੋ, ਵਿਚਾਰੇ ਇੱਥੇ ਫਿਰੀ ਜਾਂਦੇ ਹੈ, ਤੁਸੀਂ ਮਾਨ ਆ ਮਹਾਰਾਜ। ਇਹ ਉਹ ਲੈ ਗਿਆ ਸੀ, ਉਹ ਮੁਕਤ ਕਰਤੇ। ਫਿਰ ਵਿਸ਼ਨੂੰ ਭਗਵਾਨ ਜੀ ਆ ਗਏ ਸੀ ਲక్ష్ਮੀ ਸਹਿਤ, ਉਹ ਸ਼ੇਸ਼ਨਾਗ ਦੀ ਸੇਜਾ ਪਰ ਖੀਰ ਸਮੁੰਦਰ ਵਿੱਚ ਲੈ ਗਏ ਸਨ। ਉਹ ਵੀ ਉਧਰ ਬੇਨਤੀ ਮੰਨ ਕੇ ਚਲੇ ਗਏ ਸੀ ਅਸੀਂ। ਸ੍ਰੀ ਬਾਲੇ ਸੋ ਸਭ ਕਹੀ, ਹਾਂ ਜਿਹੜੀ ਗੱਲ ਨਹੀਂ ਦੱਸਣ ਵਾਲੀ ਸੀ ਉਹ ਭਾਈ ਬਾਲੇ ਜੀ ਨੂੰ ਸਾਰੀ ਮਹਾਰਾਜ ਨੇ ਕਹਿ ਦਿੱਤੀ, ਕੋਈ ਲੁਕੋ ਕੇ ਨਹੀਂ ਰੱਖੀ ਗੱਲ। ਸੁਨ ਘਰ ਟੇਕਿਓ ਮਾਥ, ਹਾਂ ਭਾਈ ਬਾਲਾ ਜੀ ਨੇ ਇਹੋ ਜਿਹੀ ਅਚਰਜ ਕਥਾ ਸੁਣ ਕੇ ਮਹਾਰਾਜ ਨੂੰ ਫੇਰ ਮੱਥਾ ਉੱਠ ਕੇ ਟੇਕਿਆ ਕਿ ਧੰਨ ਮਹਾਰਾਜ ਵੀ ਆ ਮਾਤ ਲੋਕ ਜੀਆਂ ਨੂੰ ਤਾਂ ਤਾਰੀ ਨਹੀਂ ਹੋ, ਤੁਸੀਂ ਤਾਂ ਸਮੁੰਦਰਾਂ ਵਿੱਚ ਜਾ ਕੇ ਵੀ ਆ ਜਲ ਜੰਤੂ ਨੂੰ ਤਾਰੀ ਜਾਂਦੇ ਆ। ਇਸੇ ਕਰਕੇ ਕਿਸੇ ਕਵੀ ਨੇ ਕਿਹਾ, ਨਾ ਤਾਰੇ ਗਨੇ ਜਾਤ ਹੈ, ਨਾ ਤਾਰੇ ਗਨੇ ਜਾਤ ਹੈ। ਕਹਿੰਦੇ ਆਕਾਸ਼ ਵਿੱਚ ਜਿੰਨੇ ਤਾਰੇ ਉਹ ਗਣੇ ਨਹੀਂ ਜਾਂਦੇ ਹਨ, ਪਰ ਕਿ ਕੋਈ ਸ਼ਕਤੀ ਸੰਪੰਨ ਪੁਰਸ਼ ਕਹਿ ਦੇ ਵੀ ਇੰਨੇ ਆਕਾਸ਼ ਵਿੱਚ ਤਾਰੇ ਹੈ ਤੇ ਸੱਚ ਮੰਨਿਆ ਜਾ ਸਕਦਾ ਵੀ ਗਿਣ ਲਏ ਹੋਣਗੇ। ਪਰ ਉਹ ਵਿਦਵਾਨ ਕਹਿੰਦਾ ਨਾ ਤਾਰੇ ਗਨੇ ਜਾਤ ਹੈ, ਪਰ ਜਿੰਨੇ ਗੁਰੂ ਨਾਨਕ ਸਾਹਿਬ ਜੀ ਨੇ ਤਾਰੇ ਆ ਉਹ ਨਹੀਂ ਕੋਈ ਗਿਣ ਕੇ ਦੱਸ ਸਕਦਾ। ਆ ਧਰਤੀ ਦੇ ਉੱਪਰ ਤਾਰਿਆਂ ਨੂੰ ਤਾਂ ਦੱਸੂ, ਜਿਹੜਾ ਆਕਾਸ਼ਾਂ ਪਤਾਲਾਂ ਵਿੱਚ ਜਦੋਂ ਮਹਾਰਾਜ ਗਏ ਹੈ ਉੱਥੇ ਜਿਹੜੇ ਤਾਰੇ ਉਹਨਾਂ ਨੂੰ ਕੌਣ ਕੋਈ ਦੱਸੂਗਾ। ਆ ਸਮੁੰਦਰ ਵਿੱਚ ਜਾ ਕੇ ਜਿੰਨੇ ਜਲ ਜੰਤੂਆਂ ਨੂੰ ਤਾਰਿਆ ਮੁਕਤ ਕੀਤਾ, ਕੌਣ ਕੋਈ ਗਿਣ ਕੇ ਦੱਸੂਗਾ। ਇਸ ਕਰਕੇ ਇਹ ਮਹਾਰਾਜ ਕਹਿੰਦੇ ਵੀ ਉੱਥੇ ਚਲੇ ਗਏ, ਉਹ ਬੇਨਤੀ ਮੰਨ ਕੇ ਉਹ ਦੋ ਰਾਤਾਂ ਉਧਰ ਲੱਗ ਗਈਆਂ, ਇੱਕ ਵਿਸ਼ਨੂੰ ਕੋਲ ਇੱਕ ਬਰਨ ਦੇਵਤੇ ਕੋਲ। ਸਵਈਆ ਮੰਦ ਹੀ ਮੰਦ ਮੁਕੰਦ ਆਏ ਪੁਰ, ਇਸ ਤਰ੍ਹਾਂ ਭਾਈ ਬਾਲਾ ਜੀ ਨੂੰ ਸਭ ਕੁਝ ਦੱਸਦੇ ਫਿਰ ਹੌਲੀ ਹੌਲੀ ਸਹਿਜ ਸਹਿਜ ਨਾਲ ਮੁਕਤੀ ਦਾਤੇ ਸੁਲਤਾਨਪੁਰ ਵੱਲ ਨੂੰ ਆ ਗਏ ਹਨ। ਭੇਖ ਫਕੀਰਨ ਹੈ ਸੋ ਬਨਾਏ, ਅੱਜ ਮਹਾਰਾਜ ਨੇ ਜਿਹੜੇ ਪਹਿਲਾਂ ਬਸਤਰ ਗ੍ਰਸਤੀਆਂ ਵਾਲੇ ਪਾਏ ਹੁੰਦੇ ਸੀ ਉਹ ਲਾ ਸੁੱਟੇ ਹਨ ਤੇ ਫਕੀਰਾਂ ਵਾਲੇ ਕੱਪੜੇ ਜੇ ਪਾ ਲਏ ਨੇ, ਲਾਲ ਰੰਗ ਦੀ ਖਪਨੀ ਜੀ ਪਾਈ ਹੋਈ ਹੈ। ਆਪਨ ਕੇ ਦਰ ਜਾਏ ਖਰੇ ਪ੍ਰਭ, ਜਿੱਥੇ ਉਹ ਹੱਟ ਸਾਹਿਬ ਗੁਰਦੁਆਰਾ ਬਣਿਆ ਹੈ, ਜਿੱਥੇ ਆ ਮੋਦੀ ਖਾਨੇ ਦਾ ਕੰਮ ਕਰਦੇ ਰਹੇ ਮੋਦੀ ਬਣ ਕੇ, ਉਹ ਹੱਟ ਦੇ ਦਰਵਾਜ਼ੇ ਉੱਪਰ ਮਹਾਰਾਜ ਸਿੱਧੇ ਜਾ ਕੇ ਖੜਿਆ ਹੋ ਗਏ ਹਨ। ਹੋਤ ਹਿਤੂਸੋ ਅਸੀਸ ਲਾਏ, ਜਿੰਨੇ ਉੱਥੇ ਕਹਿੰਦੇ ਹਿਤੂ ਸੀ ਪ੍ਰੇਮੀ ਪਿਆਰੇ ਸੀ, ਮਹਾਰਾਜ ਨੂੰ ਆ ਕੇ ਅਸ਼ੀਰਵਾਦਾਂ ਦਿੰਦੇ ਹੈ ਕਿ ਮਹਾਰਾਜ ਆਪ 4 ਯੁੱਗ ਜਿਉਂਦੇ ਰਹੋ, ਸਾਡੇ ਵਰਗਿਆਂ ਗਰੀਬਾਂ ਨੂੰ ਦਰਸ਼ਨ ਦਿੰਦੇ ਰਹੋ, ਸਾਨੂੰ ਖੁੱਲੇ ਗੱਫੇ ਵਰਤਾਉਂਦੇ ਰਹੋ ਤੁਸੀਂ। ਬਾਰ ਕਪਾਟ ਭਿਰੇ ਅਵਲੋਕ ਕੈ, ਗੁਰੂ ਨਾਨਕ ਸਾਹਿਬ ਜੀ ਗਏ ਹਨ, ਉਹ ਹੱਟ ਦਾ ਮੋਦੀ ਖਾਨੇ ਦਾ ਦਰਵਾਜ਼ਾ ਬੰਦ ਸੀ, ਉਹ ਵੇਖ ਕਰਕੇ ਆਪ ਜੀ ਨੇ ਬੂਝੇ ਹੈ ਦਾਸ ਸੋ ਐਸੇ ਬਤਾਏ, ਰਿਓ ਦੁਕਾਨ ਦੇ ਹੱਟ ਦੇ ਕੋਲ ਦਾਸ ਨੌਕਰ ਖੜੋਤੇ ਸੀ, ਉਹਨਾਂ ਨੂੰ ਪੁੱਛਿਆ ਹੈ ਵੀ ਇਹ ਦਰਵਾਜ਼ਾ ਕਿਉਂ ਬੰਦ ਕੀਤਾ, ਅਸੀਂ ਤਾਂ ਖੁੱਲ੍ਹਾ ਛੱਡ ਗਏ ਸੀ ਇਹ ਮੋਦੀ ਖਾਨਾ।
ਤੇ ਉਹਨਾਂ ਨੇ ਦੱਸਿਆ ਹੈ। ਖਾਨ ਕਰੀ ਨਿਜ ਪਾਨ ਸੁਬੰਧ। ਮਹਾਰਾਜ ਜਦੋਂ ਤੁਸੀਂ ਚਲੇ ਗਏ ਸੀ ਨਾ, ਤੇ ਜਿਹੜਾ ਨਵਾਬ ਹੈ ਉਹਨੇ ਕਹਿ ਕੇ ਇਹ ਦੁਕਾਨ ਮਾਰਾ ਆਪਣੇ ਹੱਥਾਂ ਨਾਲ ਬੰਦ ਕਰਵਾ ਦਿੱਤੀ ਸੀ। ਕਹਿਓ ਬਿਨ ਨਾਨਕ ਕੋ ਨ ਖੁਲਾਏ। ਇਉਂ ਕਹਿ ਗਿਆ ਸੀ ਸਾਨੂੰ ਵੀ ਗੁਰੂ ਨਾਨਕ ਤੋਂ ਬਗੈਰ ਇਸ ਦੁਕਾਨ ਨੂੰ, ਇਸ ਹੱਟ ਨੂੰ ਨਾ ਕੋਈ ਖੋਲੇ। ਜਦੋਂ ਮਰਜੀ ਆ ਕੇ ਖੋਲ ਸਕਦੇ, ਉਹਨਾਂ 'ਚ ਇਸ ਨੂੰ ਬੰਦ ਰੱਖਣਾ ਹੈ ਤੇ ਤੁਸੀਂ ਇੱਥੇ ਪੈਰਾ ਵੀ ਰੱਖਣਾ ਹੈ। ਸ੍ਰੀ ਸਤਿਗੁਰ ਸੁਨ ਕੈ ਨਿਜ ਪਾਨ ਸੋ। ਉਸ ਵੇਲੇ ਗੁਰੂ ਮਹਾਰਾਜ ਨੇ ਸੁਣਿਆ ਹੈ ਤੇ ਆਪਣੇ ਹੱਥਾਂ ਦੇ ਨਾਲ ਸ਼ੋਰ ਦੁਕਾਨ ਕੋ ਬਾਰ ਦਿਓ। ਸੇੜੇ ਜਿਹੜਾ ਦੁਕਾਨ ਹੈ, ਹੱਟ ਹੈ, ਉਹਦਾ ਦਰਵਾਜ਼ਾ ਆਪਣੇ ਹੱਥਾਂ ਨਾਲ ਖੋਲ ਦਿੱਤਾ ਹੈ। ਮਾਨਵ ਜੌਨ ਸੁਨੈ ਨਿਜ ਕਾਨਨ। ਉਧਰ ਸੁਲਤਾਨਪੁਰ ਦੇ ਜਿਹੜੇ ਲੋਕ ਜਿਹੜੇ ਵੀ ਆਪਣੇ ਕੰਨਾਂ ਵਿੱਚ ਸੁਣਦੇ ਵੀ ਗੁਰੂ ਨਾਨਕ ਸਾਹਿਬ ਆ ਗਏ ਹਨ। ਆਵਤ ਧਾਏ ਅਚੰਭ ਪਇਓ। ਸਾਰਿਆਂ ਨੂੰ ਸੁਣ ਕੇ ਚੰਬਈ ਹੋਇਆ, ਹੈਰਾਨੀ ਹੋਈ ਹੈ, ਦੌੜਦੇ ਹੋਏ ਚਲੇ ਆ ਰਹੇ ਹਨ। ਬਾਸਰ ਦੋਏ ਰਹੇ ਮਦ ਨੀਰ ਕੇ। ਹੱਦ ਹੋ ਗਈ, 2 ਰਾਤਾਂ ਮਹਾਰਾਜ ਪਾਣੀ ਵਿੱਚ ਹੀ ਰਹੇ ਹਨ। ਜੀਵਤ ਹੀ ਪੁੰਨ ਆਏ ਗਇਓ। ਆ ਪਾਣੀ ਵੀ ਤਾਂ ਕੋਈ 1 ਮਿੰਟ ਵੀ ਨਹੀਂ ਜੀਂਦਾ ਰਹਿੰਦਾ ਹੈ। ਫਿਰ 2 ਰਾਤਾਂ ਰਹਿ ਕੇ ਤੇ ਜਿਉਂਦੇ ਜਾਗਦੇ ਆ ਗਏ ਹਨ। ਕਾਰਨ ਕੌਣ ਨਾ ਤੌਨ ਛੁਇਓ ਜਲ। ਇਹ ਕੀ ਕਾਰਨ ਹੋਇਆ ਕਿ ਪਾਣਾ ਵਰਤਿਆ ਵੀ ਮਹਾਰਾਜ ਦੇ ਸਰੀਰ ਨੂੰ ਪਾਣੀ ਕੋਈ ਨਹੀਂ ਛੋਇਆ? ਪਾਣੀ ਨੇ ਕਿਉਂ ਨਹੀਂ ਡੁਬਾਇਆ? ਜਾ ਬਿਦ ਸੋ ਬਿਸਮਾਦ ਪਇਓ। ਇਸ ਤਰ੍ਹਾਂ ਸੁਣ ਕੇ ਸਾਰੇ ਬੜੇ ਚਰਜ ਹੋ ਰਹੇ, ਹੱਕੇ ਬੱਕੇ ਹੋ ਰਹੇ ਵੀ ਧੰਨ ਹੈ ਮਹਾਰਾਜ। ਹੀਨ ਕਲੰਕ ਮਯੰਕ ਮਨੋ ਮੁਖ। ਇਹਨਾਂ ਦਾ ਜਿਹੜਾ ਮੁਖ ਹੈ, ਮਾਨੋ ਜਿਵੇਂ ਕਲੰਕ ਤੋਂ ਬਿਨਾਂ ਪੂਰਨਮਾਸੀ ਦਾ ਚੰਦਰਮਾ ਹੋਵੇ, ਇਸ ਤਰ੍ਹਾਂ ਦਾ ਚਿਹਰਾ ਹੈ, ਚਮਕ ਦਮਕ ਰਿਹਾ। ਰੰਕ ਬਿਲੋਕਤ ਹੈ ਕਰਨਾ ਸੋ। ਜਿਹੜੇ ਗਰੀਬ ਲੋਕ ਹੈ ਉਹਨਾਂ ਵਾਲੀ ਮਿਹਰ ਭਰੀ ਨਿਗਾਹ ਨਾਲ, ਬਹੁਤ ਤਰਸ ਰਹਿਮ ਨਾਲ ਆਪ ਜੀ ਵੇਖ ਰਹੇ ਹਨ। ਵਾਕ ਕਹੈ ਇਵ ਰੰਕਨ ਸੋ। ਆ ਜਿੰਨੇ ਗਰੀਬ ਖੜੋਤੇ ਉਹਨਾਂ ਦੇ ਸਾਥ ਮਹਾਰਾਜ ਬਚਨ ਕਹਿੰਦੇ। ਮਨ ਹੋਏ ਨਿਸ਼ੰਕ ਨ ਕਰ ਭੈ ਕਾਸੋ। ਮਹਾਰਾਜ ਕਹਿੰਦੇ ਮਨ ਵਿੱਚ ਸਾਰੇ ਸ਼ੰਕਾ ਤੋਂ ਰਹਿਤ ਹੋ, ਕਿਸੇ ਨਵਾਬ ਨੂੰ ਦਾ ਹੋਰ ਕਿਸੇ ਦਾ ਕੋਈ ਡਰ ਭੈ ਨਹੀਂ ਨੇ ਕਰਨਾ, ਨਿਡਰ ਹੋ ਜਾਓ। ਲੇਵਹ ਚਾਹੇ ਕੀ ਚਾਹੇ ਹੈ ਔਰ। ਜਿਹਨੇ ਜਿਹੜੀ ਹਿਰਦੇ ਵਿੱਚ ਤੁਹਾਡੇ ਚਾਹਨਾ ਨਾ ਵੀ ਇਹ ਹੱਟ ਦੇ ਵਿੱਚ ਵੜ ਜਾਓ, ਤਾਂ ਜੋ ਉਹ ਤੁਸੀਂ ਲੈ ਜਾਓ ਆਪੇ ਹੀ। ਆਪ ਹੀ ਅੰਤਰ ਜਾਏ ਨਿਕਾਸੋ। ਅਸੀਂ ਨਹੀਂ ਹੁਣ ਤੁਹਾਨੂੰ ਕੋਈ ਦੇਣਾ, ਕਹਿੰਦੇ ਆਪ ਹੀ ਜੋ ਕਿਸੇ ਨੂੰ ਚਾਹੀਦਾ ਜਾ ਕੇ ਕੱਢੀ ਜਾਓ, ਲਈ ਜਾਓ। ਦੌਰ ਭਰੇ ਤੇ ਠੌਰ ਕਿਤੇ ਨਰ। ਜਿੰਨੇ ਲੋਕ ਉੱਥੇ ਕਿਤਨੇ ਸੀ, ਫਿਰ ਦੌੜ ਕੇ ਪੈ ਗਏ, ਭੱਜ ਕੇ ਪੈ ਗਏ ਹਨ। ਲੂਟਤ ਸੌਜਹ ਰੌਰ ਪਰਾਸੋ। ਉੱਥੇ ਰੌਲਾ ਰੱਪਾ ਪੈ ਰਿਹਾ ਤੇ ਬੜਾ ਸਾਜੋ ਸਮਾਨ ਲੁੱਟ ਪੁੱਟ ਰਹੇ ਹਨ। ਅੰਨ ਕਨੋ ਮਿਸਟਾਨ ਤੇ ਆਦ ਲੈ। ਕੋਈ ਬਹੁਤ ਅੰਨ ਚੁੱਕੀ ਜਾ ਰਿਹਾ, ਕੋਈ ਬਹੁਤ ਮਿੱਠਾ ਗੁੜ ਸ਼ੱਕਰ ਖੰਡ ਚੁੱਕੀ ਆ ਰਿਹਾ, ਇਸ ਤੋਂ ਆਦ ਲੈ ਕੇ। ਕਿਰਤ ਬੇਅੰਤ ਲੁਟੈ ਮਨ ਭਾਈ। ਮਨ ਭਾਉਂਦਾ ਕੋਈ ਦੇਸੀ ਘਿਓ ਹੀ ਲੁੱਟੀ ਪੁੱਟੀ ਜਾਂਦਾ, ਉਹੀ ਚੁੱਕੀ ਜਾਂਦਾ ਹੈ। ਲੇਵ ਹੈ ਬਾਸਨ ਪੈਸੇ ਕੋ। ਕੋਈ ਭਾਂਡੇ ਲਈ ਜਾਂਦਾ ਹੈ, ਕੋਈ ਇਸ ਤਰ੍ਹਾਂ ਕਹਿੰਦੇ ਮਿੱਠਾ ਬਾਸਨ। ਲੇਵ ਹੈ ਬਾਸਨ ਪੈਸੇ ਕੋ। ਕੋਈ ਜਿਹੜੇ ਡੱਬਰ ਪੈਸੇ ਜੇ ਚੁੱਕੀ ਜਾਂਦਾ ਹੈ। ਪੁਨਕਾਰ ਖਿਕੰ ਕੋ ਲੇਤ ਹੈ ਤਾਈ। ਕੋਈ ਦੌੜ ਕੇ ਕਹਿੰਦੇ ਚਾਂਦੀ ਰੁਪਈਏ ਲੈ ਲੈ ਕੇ ਜਾ ਰਿਹਾ ਹੈ। ਅੰਬਰ ਭਾਂਤ ਅਨੇਕਨ ਕੇ। ਔਰ ਅਨੇਕਾਂ ਤਰ੍ਹਾਂ ਦੇ ਜਿਹੜੇ ਬਸਤਰ ਹਨ, ਕੱਪੜੇ ਹਨ, ਥਾਨ ਹਨ। ਜਰੀ ਬਾਫਤੇ ਆਦ ਸਭੀ ਲੈ ਜਾਏ। ਜਰੀ ਬਾਫਤਾ ਜਿਹਦੇ ਵਿੱਚ ਜਰੀ ਦਾ ਕੰਮ ਕੀਤਾ ਹੋਵੇ, ਜਾਂ ਤਿੱਲੇ ਦਾ ਕੰਮ, ਤਾਰਾਂ ਜੀਆਂ ਕੱਢੀਆਂ ਹੁੰਦੀਆਂ ਹਨ, ਉਹ ਕਹਿੰਦੇ ਰੇਸ਼ਮੀ ਬਸਤਰ, ਜਰੀਦਾਰ ਬਸਤਰ ਲੈ ਜਾ ਰਹੇ ਹੈ। ਜਿਵੇਂ ਅਰਮਾਲੇ ਉੱਪਰ ਜਰੀ ਦੀ ਜੜੀ ਹੋਈ ਹੈ, ਆਸੇ ਪਾਸੇ ਵੀ
ਇਸ ਤਰ੍ਹਾਂ ਜਰੀ ਵਾਲੇ ਬਸਰ ਕੋਈ ਕੀਮਤੀ ਲਈ ਜਾ ਰਿਹਾ ਹੈ। ਤੋਟ ਨ ਆਏ ਅਤੋਟ ਭਈ। ਪਰ ਮਹਾਰਾਜ ਦੀ ਜਿਹੜੀ ਹੱਟ ਹੈ ਕਹਿੰਦੇ ਉਹਦੇ ਵਿੱਚ ਘਾਟਾ ਨਹੀਂ ਆਉਂਦਾ। ਕਹਿੰਦੇ ਘਾਟੇ ਤੋਂ ਰਹਿਤ ਹੀ ਹੋ ਰਹੀ, ਸਭ ਕੁਝ ਭਰਿਆ ਭਰਾਇਆ ਦਿਸਦਾ ਹੈ। ਸੁਰ ਧੇਨ ਕਿਦਾ ਮਨ ਚਿੰਤ ਸੁਹਾਏ। ਕੋਈ ਕਹਿੰਦਾ ਮਨੋ ਕਾਮ ਧੇਨ ਹੈ ਹੱਟ, ਅਸਵਾ ਚਿੰਤਾ ਬਣੀ ਹੈ। ਇਹ ਵੀ ਮਨ ਦੀ ਚਿਤਵਨੀਆਂ ਕਰਨੀ ਪੂਰੀਆਂ ਕਰਨ ਵਾਲੀ ਦੁਕਾਨ ਆਏ ਹੱਟ ਹੈ ਕਿ ਕਾਮ ਧੇਨ ਗਊ ਹੈ ਵੀ ਜੋ ਉਹ ਕਾਮਨਾ ਕਰੇ ਉਹੀ ਦੇਵੇ। ਇਸ ਤਰ੍ਹਾਂ ਇਹ ਕਹਿੰਦੇ ਦੁਕਾਨ ਕਾਮ ਧੇਨ ਜਾਂ ਚਿੰਤਾਮਣੀ ਸੋਭ ਨੀਕ ਹੋ ਰਹੀ ਹੈ। ਦੋਹਰਾ ਭੂਰ ਭੀਰ ਪੀ ਨਰਨ ਕੀ। ਹਾਂ ਮਹਾਰਾਜ ਦੇ ਹੱਟ ਦੇ ਉੱਪਰ ਬੜੇ ਲੋਕਾਂ ਦੀ ਭੀੜ ਹੋ ਰਹੀ ਹੈ। ਪਰਿਓ ਰੌਰ ਤੇ ਠੌਰ। ਉਸ ਪਾਸੋਂ ਥਾਂ ਤੇ ਲੈਣ ਦੇਣ ਦਾ ਬੜਾ ਰੌਲਾ ਲੱਪਾ ਪੈ ਰਿਹਾ ਹੈ। ਸਹਿਤ ਜਰਾਮ ਬਿਲੋਕ ਹੀ। ਉਧਰ ਜੋ ਜੈ ਰਾਮ ਜੀ ਹੈ ਉਹ ਹੋਰ ਲੋਕਾਂ ਦੇ ਸਹਿਤ ਵੇਖ ਰਿਹਾ ਸਭ ਕੁਛ ਨੂੰ। ਬੇਦੀ ਕੁਲ ਸਿਰ ਮੌਰ। ਬੇਦੀਆਂ ਦੇ ਕੁਲ ਦੇ ਸ਼੍ਰੋਮਣੀ ਸਰਮੁਕਟ ਸਤਿਗੁਰੂ ਉਹ ਵੀ ਲੋਟਲਿਆਂ ਨੂੰ ਝੁਕਦਿਆਂ ਨੂੰ ਦੇਖ ਕੇ ਖੁਸ਼ ਹੋ ਰਹੇ। ਸਵਈਆ ਨੌ ਨਿਧ ਸਿੱਧ ਤੇ ਰਿੱਧ ਬਸੈ ਮਦ। ਕਹਿੰਦੇ 9 ਨਿਧੀਆਂ 18 ਸਿੱਧੀਆਂ ਰਿੱਧੀਆਂ ਇਹ ਕਹਿੰਦੇ ਉਹ ਦੁਕਾਨ ਦੇ ਵਿੱਚ ਹੀ ਬਸ ਰਹੀਆਂ, ਹੱਟ ਵਿੱਚ ਬਸ ਰਹੀਆਂ। ਕੋਬਿਦ ਹੋਵਹਿ ਤੋਟ ਤਹਾਂ। ਹਾਂ ਉੱਥੇ ਜਿੱਥੇ 9 ਨਿਧੀਆਂ ਰਿੱਧੀਆਂ ਮਹਾਰਾਜ ਦੀਆਂ ਬਸਾਈਆਂ ਬਸਣੀਆਂ ਉੱਥੇ ਕਿਸੇ ਤਰ੍ਹਾਂ ਦਾ ਕੋਈ ਟੋਟਾ ਘਾਟਾ ਕਿਵੇਂ ਹੋ ਸਕਦਾ ਹੈ। ਹਾਰ ਪਰੇ ਨਰ ਲੂਟਤ ਜੇ। ਜਿਹੜੇ ਲੋਕ ਕਹਿੰਦੇ ਲੁੱਟਣ ਵਾਲੇ ਸੀ ਉਹ ਕਹਿੰਦੇ ਅਖੀਰੀ ਕਹਿੰਦੇ ਲੁੱਟਦੇ ਲੁੱਟਦੇ ਹਮ ਗਏ ਥੱਕ ਗਏ ਹਨ। ਨਹਿ ਸੌਜ ਨਿਖੂਟਤ ਦੀਖ ਮਹਾ। ਹਾਂ ਪਰ ਜਿਹੜੀ ਦੁਕਾਨ ਵਿੱਚ ਸਮਗਰੀ ਪਈ ਹੈ ਰਾਸ਼ਨ ਪਾਣੀ ਪਿਆ ਉਹ ਨਹੀਂ ਮੁੱਕਦਾ ਹੈ। ਉਹ ਫਿਰ ਓਨਾ ਹੀ ਦਿਸਦਾ ਹੈ, ਓਨੇ ਬਸਰ ਓਨੇ ਭਾਂਡੇ ਓਨੇ ਘਿਓ ਓਨੇ ਖੰਡ ਗੁੜਾ ਦੇਖ। ਦੌਲਤ ਖਾਨ ਸੁਮਾਨਵ ਦੌਰ। ਹਾਂ ਇੱਕ ਮਨੁੱਖ ਦੌੜਿਆ ਹੈ ਜਿੱਥੇ ਦੌਲਤ ਖਾਨ ਨਵਾਬ ਹੈ ਸੀ ਉੱਥੇ ਗਿਆ। ਸਭੈ ਬਿਰਤਾਂਤ ਬਖਾਨ ਕਹਾ। ਉਸ ਮਨੁੱਖ ਨੇ ਜਾ ਕੇ ਕਹਿੰਦੇ ਸਾਰਾ ਪ੍ਰਸੰਗ ਬਿਆਨ ਕਰਕੇ ਕਿਹਾ ਹੈ। ਭੇਜ ਦਏ ਭ੍ਰਿਤ ਆਪਣੇ ਤਾਛਿਨ। ਗੁਰੂ ਨਾਨਕ ਸਾਹਿਬ ਜੀ ਆ ਗਏ, ਉਹਨਾਂ ਨੇ ਤਾਂ ਉੱਥੇ ਦੁਕਾਨ ਤੇ ਲੁੱਟ ਮਚਾਈ ਹੋਈ ਹੈ। ਗਰੀਬ ਸਭ ਕੁਝ ਚੁੱਕੀ ਜਾਂਦੇ ਆ, ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈ। ਔਰ ਨਵਾਬ ਨੇ ਉਸ ਸੇਵਰੇ ਆਪਣੇ ਨੌਕਰ ਚਾਕਰ ਜੇ ਭੇਜ ਦਿੱਤੇ ਹਨ ਵੀ ਰੋਕੋ ਜਾ ਕੇ। ਸੋ ਸੁਨ ਹੋ ਬਿਸਮਾਦ ਰਹਾ। ਉਹੀ ਸੁਣ ਕੇ ਬੜਾ ਆਚਰਜ ਹੋ ਰਿਹਾ ਨਵਾਬ ਵੀ ਪਹਿਲਾਂ ਤਾਂ 2 ਰਾਤਾਂ ਪਤਾ ਨਹੀਂ ਕਿਧਰ ਰਹੇ, ਹੁਣ ਆ ਕੇ ਸਭ ਕੁਝ ਲਟਾਉਣ ਪਰਾਉਣ ਕਿਉਂ ਰਹੇ ਵੀ ਕਿਉਂ ਨਹੀਂ ਉਸ ਤਰ੍ਹਾਂ ਪਹਿਲਾਂ ਵਾਂਗ ਦਿੰਦੇ। ਉਸ ਚਰ ਸੁਣ ਕੇ ਹੋ ਰਿਹਾ ਹੈ। ਲੂਟਤ ਹੈ ਨਰ ਜੇ ਬਰਜੇ। ਨਵਾਬ ਦੇ ਜਿਹੜੇ ਭੇਜੇ ਆਏ ਨੌਕਰ ਚਾਕਰ ਸਿਪਾਹੀ ਵਗੈਰਾ ਜਿਹੜੇ ਲੋਕ ਲੁੱਟ ਸੇ ਉਹਨਾਂ ਰੋਕਿਆ, ਉਹਨਾਂ ਨੂੰ ਤਾੜਿਆ ਵੀ ਹੈ। ਤਰਜੇ ਦਰਜੇ ਸਭ ਭੀਰ ਹਟਾਈ। ਹਾਂ ਤਾੜਿਆ ਜਿਹੜੀ ਦਰਵਾਜ਼ੇ ਤੇ ਲਕਰੀਬਾਂ ਦੀ ਭੀੜ ਲੱਗੀ ਲੁੱਟਣ ਵਾਲਿਆਂ ਦੀ ਉਹਨੂੰ ਪਰੇ ਹਟਾਇਆ ਹੈ। ਭੂਪਤ ਦੌਲਤ ਖਾਨ ਆਇਓ। ਇੰਨੇ ਸਮੇਂ ਦੇ ਵਿੱਚ ਜਿਹੜਾ ਰਾਜਾ ਦੌਲਤ ਖਾਨ ਹੈ ਉਹ ਆ ਪਹੁੰਚਾ ਹੈ। ਗਤ ਦਾਨ ਬਿਲੋਕਤ ਲੋਚਨ ਲਾਈ। ਜੋ ਮੁਕਤੀ ਦਾਤੇ ਸਤਿਗੁਰੂ ਜੀ ਉਹਨਾਂ ਬਰ ਨੇਤਰ ਲਾ ਕੇ ਨੀਜ ਨਾਲ ਵੇਖ ਰਿਹਾ ਹੈ। ਜਿਉ ਵੈਰਾਗ ਗਿਆਨ ਧਰਾ ਤਨ। ਜਿਸ ਤਰ੍ਹਾਂ ਬਰਾਬਰ ਧਰਤੀ ਬਰ ਬੈਰਾਗ ਨੇ ਬ੍ਰਹਮ ਗਿਆਨ ਨੇ ਸਰੀਰ ਧਾਰਨ ਕੀਤਾ ਹੋਵੇ। ਸ੍ਰੀ ਗੁਰ ਨੇ ਖਪਨੀ ਗੱਲ ਪਾਈ। ਮਹਾਰਾਜ ਜੀ ਸਾਧੂ ਰੂਪ ਵਿੱਚ ਬਣੇ ਹੋਏ ਆ, ਗਲ ਦੇ ਵਿੱਚ ਉਹ ਖਪਨੀ ਜੀ ਪਾਈ ਹੋਈ ਹੈ। ਹੀਰ ਨਿਰਾਸ ਉਦਾਸ ਭਇਓ। ਹਾਂ ਨਵਾਬ ਵੇਖ ਕੇ ਹਿਰਦੇ ਵਿੱਚ ਬੜਾ ਉਪਰਾਮ ਤੇ ਨਿਰਾਸ਼ਾ ਜਾ ਹੋ ਗਿਆ ਹੈ। ਪਛਤਾਸ ਹਿਰਦੈ ਕਛ ਜਾਨ ਨ ਜਾਈ। ਪਛਤਾਵਾ ਜਾ ਕਰਦਾ ਹਿਰਦੇ ਵਿੱਚ ਕੋਈ ਜਾਣਿਆ ਨਹੀਂ ਜਾਂਦਾ, ਸਮਝ ਨਹੀਂ ਪੈਂਦੀ ਹੈ ਵੀ
ਇਹ ਮੇਰੇ ਮੋਦੀ ਹਸਨਾ ਕਿਉਂ ਕਰਕੇ ਕਿਉਂ ਕਖਲ ਵਿੱਚ ਕਪਨੀ ਪਾ ਗਈ ਇਹਨਾਂ ਨੇ। ਦੋਹਰਾ ਦੌਲਤ ਖਾਨ ਹਟਾਏ ਨਰ, ਦੌਲਤ ਖਾਨ ਨੇ ਲੋਕਾਂ ਨੂੰ ਪਰੇ ਘਟਾ ਕੇ ਕਹਿ ਬੰਦ ਕਰੋ ਦੁਕਾਨ। ਕਹਿਣ ਲੱਗਿਆ ਦੁਕਾਨ ਜੀ ਵੀ ਬੰਦ ਕਰ ਦਿਓ, ਇਹਨਾਂ ਨੂੰ ਲੁੱਟਣ ਨਾ ਹੋਣ। ਕਹੈ ਗੁਰੂ ਕਿਉਂ ਬੰਦ ਹੋ, ਨਾਰਾ ਕਹਿਣ ਲੱਗਿਆ ਨਵਾਬ ਕਿਉਂ ਦੁਕਾਨ ਬੰਦ ਕਰਨੀ ਹੈ। ਮਾਲ ਫਕੀਰਨ ਜਾਨ, ਜਿਹੜਾ ਕੋਈ ਹੱਟ ਦੇ ਵਿੱਚ ਮਾਲ ਧਨ ਪਿਆ ਹੈ ਤਾਂ ਰੱਬ ਦੇ ਬੰਦਿਆਂ ਦਾ, ਫਕੀਰਾਂ ਦਾ, ਬੰਦਗੀ ਕਰਨਿਆਂ ਵਾਲਿਆਂ ਦਾ, ਜੋ ਮਰਜ਼ੀ ਲਿਜਾਣ। ਲੇਖਾ ਮੁਝ ਤੇ ਲੇਹ ਸਭ, ਜਿਹੜਾ ਕੋਈ ਹਿਸਾਬ ਕਿਤਾਬ ਹੋ ਤੁਸੀਂ ਮੇਰੇ ਕੋਲੋਂ ਲੈ ਲਿਓ। ਜੋ ਬਾਕੀ ਸੋ ਦੇਹੁ, ਜਿਹੜਾ ਕੋਈ ਵਾਧਾ ਬਕਾਇਆ ਬਚੇ ਉਹ ਵੀ ਮੈਨੂੰ ਤੂੰ ਦੇ ਦੇ ਨਵਾਬ। ਨਵੀਂ ਸਿੰਧ ਬੁਲਵਾਏ ਕੈ, ਹਾਂ ਹੁਣ ਇਹ ਕਹਿੰਦੇ ਜਿਹੜਾ ਨਵੀਂ ਸਿੰਧ ਹੈ ਨਾ ਮੁਨਸ਼ੀ ਉਹਨੂੰ ਬੁਲਵਾਲਾ ਸਦਵਾਲਾ ਹੈ। ਕਰਤ ਲੇਖ ਭੀ ਏਹ, ਇਹ ਜਿਹੜਾ ਲਿਖਿਆ ਨਾ ਹੁਣ ਤੂੰ ਕਰ ਕਰਾ ਲੈ, ਵਾਧਾ ਸਾਡਾ ਬਚਦਾ ਦੇ ਦੇ। ਸਵਈਆ ਕਾਗਦ ਲੈ ਕਰ ਬ੍ਰਿੰਦ ਲਿਖੇ, ਹਾਂ ਬਹੁਤੇ ਕਾਗਜ਼ ਲੈ ਕੇ ਫਿਰ ਕਹਿੰਦੇ ਬਹੁਤੇ ਕਾਗਜ਼ ਲਿਖੇ ਕਲਮ ਸ਼ਾਹੀ ਨਾਲ। ਨਵੀਂ ਸਿੰਧ ਕੀ ਬੁੱਧ ਥਕੀ ਬਿਸਮਾਨਾ, ਲਿਖਦਿਆਂ ਜਿਹੜਾ ਮੁਨਸ਼ੀ ਉਹਦੀ ਅਕਲ ਬੁੱਧ ਕਹਿੰਦੇ ਹਾਰ ਗਈ, ਥੱਕ ਗਈ, ਉਹਦਾ ਹੈਰਾਨ ਹੀ ਹੋ ਗਿਆ ਲਿਖਦਾ। ਦੀਨ ਦਿਆਲ ਰਹੇ ਪੁੰਨ ਵਾਦੇ ਮੈਂ, ਕਿਉਂਕਿ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਫਿਰ ਵੀ ਆਪਣੇ ਕਹਿੰਦੇ ਵਾਧੇ ਵਿੱਚ ਆ ਗਏ ਹਨ। ਪ੍ਰੇਮ ਹਰੀ ਸੁਨਿਓ ਸਭ ਕਾਰਨਾ, ਇਹ ਸੰਤ ਰੇਣ ਕਵੀ ਕਹਿੰਦਾ ਹੈ ਪ੍ਰੇਮ ਸਿੰਘ ਤੂੰ ਇਹ ਕੰਨ ਦੇ ਕੇ ਧਿਆਨ ਦੇ ਕੇ ਗੱਲ ਸੁਣ। 760 ਨਿਕਾਸੇ ਹੈ ਸੇਖ, ਹਾਂ ਮਹਾਰਾਜ ਨੇ 760 ਰੁਪਏ ਉਹ ਨਵਾਬਲੀ ਵਾਧੇ ਦੇ ਕੱਢ ਲਏ ਬਕਾਇਆ। ਸੁਨੀ ਨਿਜ ਸਰਾਨਮ ਦੌਲਤ ਖਾਨਾ, ਦੌਲਤ ਖਾਨ ਨੇ ਆਪਣੇ ਕੱਲਾਂ ਵਿੱਚ ਗੱਲ ਸੁਣੀ ਹੈ ਵੀ ਮਹਾਰਾਜ ਦੇ 760 ਰੁਪਏ ਮੈਂ ਦੇਣੇ ਹੈ। ਹੋਤ ਭਏ ਬਿਸਮਾਦ ਹਿਰਦੈ, ਜਿਹੜੇ ਬਾਕੀ ਸੀ ਨਵਾਬ ਕੋਲ ਖੜੋਤੇ ਉਹ ਵੀ ਆਪੋ ਆਪਣੇ ਹਿਰਦੇ ਵਿੱਚ ਚਰਜ ਹੋ ਗਏ ਹਨ। ਅਹਲਾਦ ਜੈ ਰਾਮ ਨ ਜਾਏ ਬਖਾਨਾ, 760 ਰੁਪਏ ਵਾਧੇ ਦੇ ਕੱਢ ਮਾਰੇ ਹੈ। ਜੈ ਰਾਮ ਨੂੰ ਜਿਹੜਾ ਕਹਿੰਦੇ ਆਨੰਦ ਹੋਇਆ ਉਹ ਤਾਂ ਕਹਿ ਹੀ ਨਹੀਂ ਜਾ ਸਕਦਾ, ਉਹ ਤਾਂ ਬਿਆੰਤੀ ਖੁਸ਼ ਹੋ ਗਿਆ ਹੈ। ਕਬਿਤ ਭਇਓ ਹੈ ਹਿਸਾਬ ਜਬ ਭਨਤ ਨਵਾਬ ਤਬ, ਜਦੋਂ ਪੂਰਾ ਹਿਸਾਬ ਹੋ ਗਿਆ ਫਿਰ ਨਵਾਬ ਤਦੋਂ ਕਹਿਣ ਲੱਗਿਆ ਗੁਰੂ ਮਹਾਰਾਜ ਜੀ ਨੂੰ, ਲੀਜੈ ਨਿਜ ਬਾਕੀ ਅਬ ਕਾਰ ਪੁੰਨ ਕੀਜੇ। ਮਾਰਾ ਆਪਣਾ ਬਾਕਾ ਬਸਾਇਆ ਜਿਹੜਾ 760 ਰੁਪਏ ਲੈ ਤੁਸੀਂ ਲੈ ਲਓ ਆਪਣੇ ਤੇ ਫਿਰ ਅੱਗੇ ਵਾਸਤੇ ਆ ਮੋਦੀ ਖਾਨੇ ਦਾ ਕੰਮ ਫਿਰ ਸ਼ੁਰੂ ਕਰ ਦਈਏ। ਦੇਮੋ ਧਨ ਔਰ ਤੁਮ ਰਹੋ ਇਹ ਠੌਰ, ਤੁਹਾਨੂੰ ਹੋਰ ਰੁਪਏ ਮੈਂ ਦੇ ਦਿਆਂਗਾ ਤੇ ਇਸੇ ਜਗ੍ਹਾ ਫਿਰ ਤੁਸੀਂ ਰਹੋ ਜੀ, ਟਿਕੋ ਜੀ। ਵਾਦਾ ਹੋਏ ਜੋ ਬਹੋਰ ਬਿਨ ਦੇਰ ਸੋ ਲੀਜੇ, ਜਦੋਂ ਹਿਸਾਬ ਕਿਤਾਬ ਕਰਾਂਗੇ ਜਿਹੜਾ ਵਾਧਾ ਹੋਊਗਾ ਉਹ ਕਹਿੰਦੇ ਬਿਨਾਂ ਦੇਰੀ ਤੋਂ ਮੈਂ ਦੇ ਦਿਆਂਗਾ, ਤੁਸੀਂ ਲੈ ਲੈਣਾ ਜੀ। ਬਾਬੇ ਤਬ ਕਹੀ ਧਨ ਲੇਵੋ ਅਬ ਨਹੀਂ, ਗੁਰੂ ਨਾਨਕ ਬਾਬੇ ਨੇ ਤਦੋਂ ਇਹ ਗੱਲ ਨਵਾਬ ਨੂੰ ਆਖੀ ਹੈ ਵੀ ਹੁਣ ਅੱਗੇ ਵਾਸਤੇ ਅਸੀਂ ਰੁਪਏ ਕੋਈ ਨਹੀਂ ਲੈਣੇ ਹਨ। ਜੋ ਬਾਕੀ ਸਭ ਰਹੀ ਤਾਂ ਕਿ ਬਾਤ ਇਉਂ ਸੁਨੀਜੀਏ, ਬਾਕੀ ਵਾਧੇ ਦੇ ਰੁਪਏ 760 ਰਹੇ ਇਹਦੀ ਗੱਲ ਵਾਲੀ ਜ਼ਰੂਰ ਇਸ ਤਰ੍ਹਾਂ ਸੁਣ ਲਈਏ। ਰਾਖੀਏ ਈਮਾਨ ਥਾਏ ਆਪਣੇ ਨਵਾਬ ਰਾਏ, ਐ ਵੀ ਰਾਏ ਨਵਾਬ ਦੌਲਤ ਖਾਨ ਰਾਏ ਨਵਾਬ ਆਪਣਾ ਜਿਹੜਾ ਅਮਾਨ ਆ ਉਹਦੇ ਵਿੱਚ ਚੰਗੀ ਤਰ੍ਹਾਂ ਰੱਖੀਏ, ਆਪਣੇ ਈਮਾਨ ਧਰਮ ਵਿੱਚ ਰਹੀਏ। ਪੈਸੇ ਹੈ ਖੁਦਾਏ ਕੈ ਫਕੀਰਨ ਕੋ ਕਹਿੰਦੇ ਦੀਜੀਏ, ਨਾ ਤੇਰੇ ਰੁਪਈਏ ਨਾ ਸਾਡੇ ਰੁਪਈਏ, ਤੇ ਰੱਬ ਦੇ ਖੁਦਾ ਦੇ ਰੱਬ ਦੀ ਮਾਇਆ ਹੈ ਤੇ ਰੱਬ ਦੀ ਜਿਹੜੀ ਕੋਈ ਬੰਦਗੀ ਕਰਨ ਵਾਲੇ ਫਕੀਰ ਹੈ ਉਹਨਾਂ ਨੂੰ ਇਹ ਦੇ ਦੇਣੀ ਮਾਇਆ। ਦੋਹਰਾ ਪੁੰਨ ਦੁਕਾਨ ਕੋ ਖੋਲ ਕੈ, ਇਸ ਤਰ੍ਹਾਂ ਬਚਨ ਕਹਿ ਕੇ ਜਿਹੜੀ ਦੁਕਾਨ ਜੀ ਫਿਰ ਮਹਾਰਾਜ ਨੇ ਖੋਲ ਦਿੱਤੀ ਹੈ। ਦੀਨੀ ਸਭੀ ਲੁਟਾ, ਸਾਰਿਆਂ ਦੇ ਦੇਖਦਿਆਂ ਸਾਰੀ ਲੁਟਾ ਪੁਟਾ ਦਿੱਤੀ ਹੈ। ਆਪ ਗਏ ਜੰਗਲ ਬਿਖੈ, ਆਪ ਗੁਰੂ ਨਾਨਕ ਸਾਹਿਬ ਜਿੱਧਰ ਉਹ ਜੰਗਲ ਹੈ ਬਿਆਬਾਨ ਉਧਰ ਚਲੇ ਗਏ। ਬੈਠ ਸਮਾਧ ਲਗਾਏ, ਬਾਹਰ
जाके समाधि लगा लई है, चौकड़ा मार के सज गए हैं। सब परिवार कृत देख कै जिन्ना परिवार सी महाराज दा इस तरह की किरत नूं, इस तरह के करतब नूं देख के ठटक रहे मन माहि। सारे आपो अपने मना विच बरजे हो रहे है भी ये की कर गए है। निकट जाय तूषण रहे भावें महाराज दे कोल तां चले गए पीछे, पर सारे कहंदे चुप ही रहे हैं। बोल सकत किछ नाहि। महाराज का तेजी प्रताप ऐसा है, कोई भी महाराज के सामने बोल नहीं सक रहा। कबित बेदी कुल मंडल काल दुख खंडन। हाँ जी, बेदी कुल मंडन हाँ जी, काल दुख खंडन। वाह काल दुख खंडन, जो बेदियां दे कुल नूं भूषित करन वाले, सजाउण बजाउण वाले है, वाह अथवा कलयुग दे कल्पना दे दुखां नूं खंडन वाले, टोटे टोटे करन वाले है। पखंडन को दंडन स्वरूप जह धारिया। पखंडियां नूं कहंदे दंड देण वास्ते जिन्हां ने स्वरूप धारण कीता होया है। मूला शामा पंडित ले बैठे गुर जहां। महाराज दा सोहरा मूल चंद ते सामा नाम दा जिहड़ा पंडित है लेके जिथे महाराज बैठे उथे आ गए हैं। आयो निकट बैठ तुड बचन उचा तुंड बचन उचारिया। कोले आया सामा पंडित ते महाराज दे कोल बैठ के उन्हें बचन किया सामे पंडित ने। बाल बुद्ध लीन कच्ची बातें सब कीन। कहने तुसीं ये बच्चियां वाली बुद्ध अकल ले लई, इहदे विच बच्चियां वाली बुद्धि विच लीन हो गए। कच्चियां जिहियां गल्लां बातां सी सारियां कीतियां कतरियां। तोहे मोदी कृत शोर दीन नीके ना विचारिया। तुसीं ਜਿਹੜੀ ਆ ਕਹਿੰਦੇ ਮੋਦੀ ਦਾ ਕਿਰਤ ਛੱਡਦੀ ਆ, ਮੋਦੀ ਖਾਨੇ ਦਾ ਖਾਂਦੇ, ਇਹ ਕਹਿੰਦੇ ਚੰਗਾ ਨਹੀਂ ਤੁਸੀਂ ਸੋਚਿਆ ਵਿਚਾਰਿਆ, ਚੰਗਾ ਨਹੀਂ ਸੋਚ ਵਿਚਾਰ ਕੇ ਕੀਤਾ ਕਤਰਿਆ। ਮਾਤ ਪਿਤਾ ਲਾਜ ਤਜ ਦੇਹ ਆਸ ਭੇਖ ਸਜ। ਕਹਿੰਦੇ ਮਾਂ ਪਿਓ ਦੀ ਲਜਿਆ ਸ਼ਰਮ ਸ਼ੁਰੂ ਛੱਡ ਦਿੱਤੀ, ਇਹੋ ਜਿਹਾ ਕਹਿੰਦੇ ਸਰੀਰ ਤੇ ਭੇਖ ਜਾ ਛਲਾ ਲਿਆ, ਖਬਰੀ ਜੀ ਪਾ ਲਈ ਤੁਸਾਂ ਨੇ। ਕਠਨ ਜੰਗਲ ਥਾਨ ਭਏ ਹਿਤਕਾਰਿਆ। ਜਿਹੜਾ ਬੜਾ ਸਖਤ ਜੰਗਲ ਵਾਲਾ ਥਾਂ, ਜਿੱਥੇ ਕੁਝ ਨਹੀਂ ਕੋਈ ਸਹੂਲਤ, ਹਰ ਪਾਸੇ ਸ਼ੇਰ ਬਗੇਲੇ ਰਹਿੰਦੇ, ਡਰ ਪੈ ਬਣਿਆ ਰਹਿੰਦਾ, ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ, ਭੁੱਖ ਨੰਗੇ ਦਾ ਘਰ ਹੈ ਉਹ ਜੰਗਲ। ਉਹਦੇ ਵਿੱਚ ਜਾਣਦੇ ਤੁਸੀਂ ਹਿਤਕਾਰੀ ਬਣ ਗਏ, ਪ੍ਰਾਮੀ ਬਣ ਗਏ, ਜੰਗਲ ਵਿੱਚ ਆ ਬੈਠੇ ਹੋ। दोहरा सुन पंडित के बैन एव। सामे पंडित दे इस तरह दे बचन सुन के गुरु महाराज जी ने श्री नानक जग कंत। जो गुरु नानक साहब संसार दे मालिक हन। उचरियो शब्द बसंत में। हाँ, बसंत राग विच आप जी ने एक शब्द उच्चारण किया है। हुती सुरुत बसंत। उस वेले बसंत रसी चेत बसंत, चेत बसाख दे फगण दे महीने सन। राग बसंत महला पहला राजा बालक नगरी काची। महाराज कहते भी सोने सामे पंडित, ये जरा मन रूपी राजा है ना, ये बच्चा है ते कच्ची नगरी आ जी दे है, ये टेर होने जाने वाली कहने विचे रहिंदा है मन रूपी बच्चा। दुष्टा नाल प्यार। ये मन रूपी राजे बच्चे दा जे दुष्ट काम करो लो मोह हंकार है बेरी, उन्हां नाल दा प्यार है, उन्हां दे आखे लगदा है मन। दोए माई दोए बापा पड़िया। ये जेड़ा मन रूपी राजा बच्चा है दे दो मामा है, आशा तृष्णा, दोए दे बाप है ज्ञान ते अभिमान। पंडित करहु विचारो। भी विद्वान है, पढ़िया लिखा, विचार कर ला भी दो मामा है, दो दे बापू है। स्वामी पंडिता तुम देह मती। चंगा भाई लोकां दे स्वामी पंडित, तेनू असीं अकल मत दिन्ने आ, तू सियाणा भावे बनया दिना, तेनू असीं मत दिन्ने आ, तू सानू कुछ होर बोलदा है। किन बिद पावो प्राणपति। तेनू असीं दसदे आ भी किहड़े तरीके नाल प्राणा दा पति
जो मालिक पाया जाता। किवें तू पाएगा 4 अखर पढ़ के एवें बोलना गलत। रहाओ भीतर अग्न बनास्पत मौली। हाँ कहते आ देखो सारी बनास्पति जिन्ने बिरछ बूटे बाग बगीचे सारी कहते जो फुल हो रही है ना फुलवाड़ी बनास्पति सारिਆਂ ਦੇ ਵਿੱਚ अग्नि है। सारी लकड़ ਦੇ ਵਿੱਚ अग्नि ਰਹਿੰਦੀ है। सागर पंडा पाया। ਜਿਹੜਾ ਸਮੁੰਦਰ ਹੈ ਉਸ ਨੂੰ ਪਰਮੇਸ਼ਰ ਨੇ ਆਪਣੇ ਹੁਕਮ ਰੂਪੀ ਪੰਡ ਵਿੱਚ ਪਾ ਕੇ ਰੱਖਿਆ। ਪੰਡ ਵਾਂਗੂ ਹੁਕਮ ਵਿੱਚ ਬੰਨ ਕੇ ਰੱਖਿਆ ਹੋਇਆ ਹੈ। ਚੰਦ ਸੂਰਜ ਦੋਏ ਘਰ ਹੀ ਭੀਤਰ। ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਬੈਰਾਗ ਤੇ ਵਿਵੇਕ ਰੂਪੀ ਕਹਿੰਦੇ ਇਹ ਦੋਵੇਂ ਦੀਵੇ ਹਨ। ਐਸਾ ਗਿਆਨ ਨ ਪਾਇਆ। ਪੜਿਆ ਤਾਂ ਫਿਰਦਾ ਤੂੰ ਬਥੇਰਾ ਇਹੋ ਜਿਹਾ ਗਿਆਨ ਤਾਂ ਤੂੰ ਪ੍ਰਾਪਤ ਨਹੀਂ ਕੀਤਾ ਕਿਉਂਕਿ ਇਹ ਤਾਂ ਸਾਧੂਆਂ ਕੋਲੋਂ ਮਿਲਦਾ ਹੈ। ਰਾਮ ਰਵੰਤਾ ਜਾਣੀਐ। ਜਿਹੜਾ ਰਾਮ ਉਹਨੂੰ ਰਵਿਆ ਹੋਇਆ ਵਿਆਪਿਆ ਹੋਇਆ ਤਾਂ ਜਾਣੀਐ ਜਾਣੀਦਾ ਸਮਝੀਦਾ ਹੈ। ਇੱਕ ਮਾਈ ਭੋਗ ਕਰੇ। ਇੱਕ ਮਾਈ ਮਾਇਆ ਦਾ ਕਦੇ ਭੋਗ ਪਾ ਦੇਣਾ ਕਰੇ ਦੀ ਸਮਾਪਤੀ ਕਰ ਦੇਵੇ ਮਾਇਆ ਦੀ ਇੱਛਾ ਛੱਡ ਦੇ ਫਿਰ ਪਰਮੇਸ਼ਰ ਸਾਰੇ ਵਿਆਪਿਆ ਜਾਣ ਸਕੀਦਾ ਹੈ। ਤਾਕੇ ਲਖਣ ਜਾਣੀਐ। ਕਹਿੰਦੇ ਜਿਹੜਾ ਜਿਹਨੇ ਉਹਨੂੰ ਵਿਆਹ ਨੂੰ ਜਾਣ ਲਿਆ ਮਾਇਆ ਦਾ ਭੋਗ ਆ ਕੇ ਉਹਦੇ ਲੱਛਣ ਉਹਦੇ ਚਿਹਨੇ ਜਾਣੇ ਜਾਂਦੇ ਹਨ। ਖਿਮਾ ਧਨ ਸੰਗ੍ਰਹਿ। ਉਹ ਤਾਂ ਖਿਮਾ ਰੂਪੀ ਜਿਹੜਾ ਧਨ ਆ ਉਹਨੂੰ ਇਕੱਠਿਆਂ ਕਰਦਾ ਉਹਦੇ ਅੰਦਰ ਸਹਾਰਨ ਸ਼ਕਤੀ ਰੂਪ ਧਨ ਬਹੁਤ ਹੁੰਦਾ ਹੈ। ਕਹਿਆ ਸੁਣ ਹੈ ਨ ਖਾਇਆ ਮਨ। ਬਾਕੀ ਤਾਂ ਜਿਹੜੇ ਇੰਦਰੀ ਇਹਨਾਂ ਦਾ ਤਾਂ ਇਹੋ ਜਿਹਾ ਹੈ ਜਦੋਂ ਕਿ ਖਾਂਦੇ ਕੰਨ ਨਾਲ ਸੁਣਦੇ ਆ ਜਿਹੜਾ ਖਾਂਦੇ ਹੈ ਇਹ ਬਿਲਕੁਲ ਨਹੀਂ ਜਿਹੜਾ ਕਹੇ ਹੋਇਆ ਮਾਂ ਬਾਲ ਬੱਚੇ ਕਿਹਾ ਹੋਇਆ ਸੁਣਦੇ ਨਹੀਂ ਹੈ। ਜਿਹੜਾ ਇਹਨਾਂ ਨੇ ਛਕਾਇਆ ਹੋਇਆ ਮੰਨਦੇ ਨਹੀਂ ਕਹਿੰਦੇ ਤੂੰ ਕੀ ਦਿੱਤਾ ਹੋਏ। ਤਿਨਾ ਹੀ ਸੇਤੀ ਵਾਸਾ। ਫਿਰ ਵੀ ਇਹ ਚੀਜ਼ ਦਾ ਕਹਿੰਦੇ ਇਹਨਾਂ ਵਿੱਚ ਹੀ ਵਾਸ ਹੈ। ਇਹਨਾਂ ਵਿੱਚ ਜਿਹੜਾ ਨਾ ਖਾਇਆ ਮੰਨਦੇ ਨਾ ਕਿਹਾ ਹੋਇਆ ਸੁਣਦੇ ਆ ਕਿਸੇ ਦੀ ਉਹਨਾਂ ਨਾਲ ਜਿਹੜਾ ਮੋਹ ਕਰਕੇ ਵਾਸਾ ਉਹਨਾਂ ਵਿੱਚ ਹੀ ਹੈ ਕਿ ਰਾਜੀ ਹੈ। ਪ੍ਰਣਵਤ ਨਾਨਕ ਦਾਸਨ ਦਾਸਾ। ਹਾਂ ਬੇਨਤੀ ਪੁਰੂ ਸਤਿਗੁਰੂ ਜੀ ਕਹਿੰਦੇ ਤੂੰ ਦਾਸਾਂ ਦਾ ਦਾਸ ਹੋ ਅਸੀਂ ਹੋ ਰਹੇ ਹਾਂ। ਖਿਨ ਤੋਲਾ ਖਿਨ ਮਾਸਾ। ਇਹ ਮਨ ਦਾ ਸੁਭਾਅ ਤਾਂ ਵੀ ਜਦੋਂ ਪਦਾਰਥ ਆ ਜਾਏ ਫਿਰ ਥੋੜੇ ਜਿਹਾ ਨਾ ਹੋ ਜਾਏ ਮਹਾਨ ਤੇ ਜਦੋਂ ਇਹ ਪਦਾਰਥ ਕੋਲੋਂ ਚਲਿਆ ਜਾਏ ਫਿਰ ਗਵੀ ਵਿੱਚ ਮਾਸੇ ਕੁ ਜਿੰਨਾ ਭੋਰਾ ਕੁ ਜਿੰਨਾ ਬਣ ਜਾਂਦਾ ਮੁਰਝਾ ਜਾਂਦਾ ਹੈ। ਦੋਹਰਾ ਸੁਨ ਪੰਡਤ ਕਰ ਬੰਧ ਕੈ। ਮਹਾਰਾਜ ਦੇ ਜਦੋਂ ਬਚਨ ਸੁਣਿਆ ਬਾਣੀ ਰੂਪ ਦੇ ਪੰਡਤ ਨੇ ਹੱਥ ਜੋੜੇ। ਨਮਸਕਾਰ ਪਗ ਕੀਨ। ਮਹਾਰਾਜ ਦੇ ਚਰਨਾਂ ਤੇ ਝੱਟ-ਪੱਟ ਇਸਨੇ ਨਮਸਕਾਰ ਕੀਤੀ। ਮਹਾਪੁਰਖ ਜਾਣਿਓ ਹਿਰਦੈ। ਹਿਰਦੇ ਵੀ ਜਾਣ ਲਿਆ ਵੀ ਗੁਰੂ ਨਾਨਕ ਸਾਹਿਬ ਕੋਈ ਮਨੁੱਖ ਨਹੀਂ ਇਹ ਤਾਂ ਪਰਮੇਸ਼ਰ ਹੀ ਆਪ ਹੈ। ਇਨ ਸਮ ਕੋ ਨ ਪ੍ਰਬੀਨ। ਇਹਨਾਂ ਵਰਗਾ ਤਾਂ ਸੰਸਾਰ ਦੇ ਵਿੱਚ ਕੋਈ ਸਿਆਣਾ ਹੋ ਨਹੀਂ ਸਕੇ ਸਭ ਤੋਂ ਸਿਆਣੇ ਹਨ। ਸੋਰਠਾ ਦੇਖ ਦੀਨਤਾ ਦਿਆਲ। ਹਾਂ ਦਿਆਲੂ ਸਤਿਗੁਰੂ ਜੀ ਨੇ ਸਾਹਮਣੇ ਪੰਡਤ ਦੀ ਦੀਨਤਾ ਹੀ ਦੇਖ ਕੇ ਦਇਆ ਦ੍ਰਿਸ਼ਟ ਦਿਜ ਪਰ ਕਰੀ। ਉਹ ਬ੍ਰਹਮਣ ਉੱਪਰ ਮਿਹਰ ਦੀ ਨਿਗਾਹ ਕਰ ਦਿੱਤੀ ਆਪ ਜੀ ਨੇ। ਜਗ ਕੇ ਬੰਦ ਵਿਸਾਲ। ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੜੇ ਬੰਧਨ ਬੜੇ ਬੜੇ ਜਕੜ ਜਾਂਦਾ ਹੈ। ਛੁਟਕ ਗਏ ਤਤਕਾਲ ਤਹ। ਝਟ ਪਾਟੀ ਕਹਿੰਦੇ ਛੁੱਟ ਗਏ ਖੁੱਲ ਗਏ। ਦੋਹਰਾ ਮੂਲ ਚੰਦ ਦੀਵਾਨ ਕੋ। ਮੂਲ ਚੰਦ ਜਿਹੜਾ ਮਹਾਰਾਜ ਦਾ ਸੋਹਰਾ ਹੈ ਦੀਵਾਨ ਹੈ। ਪੰਡਤ ਕਹਿਓ ਸੁਨਾ। ਹਾਂ ਸਾਹਮਣੇ ਪੰਡਤ ਇਹਨੂੰ ਸੁਣਾ ਕੇ ਕਿਹਾ ਮੂਲ ਚੰਦ ਨੂੰ। ਇਨਕੇ ਗਾਇਲ ਨਾ ਪਰੋ। ਇਹ ਮੂਲ ਚੰਦ ਇਹਨਾਂ ਦੇ ਤੂੰ ਪਿੱਛੇ ਨਾ ਪੈ। ਕਰੈ ਸੁਭਲਾ ਮਨਾ। ਇਹ ਕਰਦੇ ਗੁਰੂ ਨਾਨਕ ਨੂੰ ਚੰਗਾ ਕਰਕੇ ਮੰਨੋ ਭਲਾ ਕਰਕੇ ਮੰਨ। ਇਤਨੇ ਮੈਂ ਕਾਲੂ ਪਿਤਾ। ਓਏ
ਸਾਮਾ ਪੰਡਤ ਮੂਰਚੰਦ ਨੂੰ ਕਹਿ ਰਹੇ ਇੰਨੇ ਸਮੇਂ ਪਿਤਾ ਕਾਲੂ ਜੀ ਮਾਤਾ ਤ੍ਰਿਪਤਾ ਸੰਗ ਗੁਰੂ ਨਾਨਕ ਦੀ ਮਾਤਾ ਤ੍ਰਿਪਤਾ ਨੂੰ ਨਾਲ ਲਿਆ ਹੋਇਆ ਹੈ। ਚਾਚਾ ਲਾਲੂ ਆਤ ਭਾਗ ਗੁਰੂ ਨਾਨਕ ਸਾਹਿਬ ਦਾ ਚਾਚਾ ਲਾਲੂ ਵੀ ਨਾਲ ਹੀ ਆ ਗਿਆ ਹੈ। ਬਚਨ ਕਰਾ ਗੁਰ ਸੰਗ ਮਹਾਰਾਜ ਦੇ ਸਾਥ ਹੈ। ਫਿਰ ਚਾਚਾ ਲਾਲੂ ਬਚਨ ਕਰਨ ਲੱਗਿਆ, ਬੋਲਣ ਲੱਗਿਆ ਹੈ। ਚੌਪਈ ਮਾਤਾ ਦੇਖ ਬਹੁਤ ਅਕੁਲਾਈ ਚਾਚਾ ਕਹਿੰਦਾ ਦੇਖੋ ਮਹਾਰਾਜ ਤੁਹਾਡਾ ਫਕੀਰ ਲਵਾਜ ਦੇਖ ਕੇ ਮਾਤਾ ਕਿੰਨੀ ਵਿਆਕਲ ਹੋ ਰਹੀ ਹੈ। ਸੁਤ ਕੋ ਸਾਧ ਭੇਖ ਦਿਖ ਲਾਈ ਆਪਣੇ ਪੁੱਤਰ ਦਾ ਸਾਧੂਆਂ ਵਿਆਪਾਰ ਭੇਖ ਜਾ ਤਾਰਾ ਦੇਖ ਕੇ ਉਹ ਵਿਆਕਲ ਹੋ ਰਹੀ, ਦੁਖੀ ਹੋ ਰਹੀ ਹੈ। ਦੁਖਤ ਹਿਰਦਾ ਕਛ ਕਹਿ ਨ ਸਕਾਵੈ ਮਾਂ ਦਾ ਹਿਰਦਾ ਕਹਿੰਦੇ ਬੜਾ ਦੁਖੀ ਹੋ ਰਿਹਾ ਹੈ, ਕੁਝ ਕਹਿ ਨਹੀਂ ਸਕਦੀ ਹੈ। ਪਿਤਾ ਸੁਦੇਖ ਬਹੁਤ ਦੁਖ ਪਾਵੈ ਇਸੇ ਤਰ੍ਹਾਂ ਤੁਹਾਡਾ ਪਿਤਾ ਕੋਲ ਕਾਲੂ ਖੜੋਤਾ ਹੈ, ਵੇਖ ਵੇਖ ਕੇ ਬਹੁਤ ਪਛਤਾਉਂਦਾ ਹੈ। ਕਹੇ ਲਾਲੂ ਹੈ ਨਾਨਕ ਪਿਆਰੇ ਲਾਲੂ ਚਾਚਾ ਜੀ ਕਹਿਣ ਲੱਗੇ ਹੈ ਪਿਆਰੇ ਗੁਰੂ ਨਾਨਕ ਸਾਹਿਬ ਵੇਖ ਫਕੀਰਨ ਕਸ ਤੁਮ ਧਾਰੇ ਲਾਲੂ ਕੀ ਘਾਟਾ ਪੈ ਗਿਆ। ਕਹਿੰਦੇ ਕਿਸ ਤਰ੍ਹਾਂ ਤੁਸੀਂ ਫਕੀਰਾਂ ਵਾਲਾ ਭੇਖ ਧਾਰ ਲਿਆ, ਕਿਵੇਂ ਖਫਨੀ ਜੀ ਪਾ ਲਈ ਹੈ। ਜੇ ਨਵਾਬ ਕੀ ਕਰੋ ਨਕਾਰਾ ਚਲੋ ਮਹਾਰਾਜ ਜੀ ਤੁਸੀਂ ਦੌਲਤ ਖਵਾਉਣ ਦਾ ਕੰਮ ਨਹੀਂ ਨਾ ਕਰਨਾ, ਮੋਦੀ ਖਾਨਾ ਨਹੀਂ ਚਲਾਉਣਾ ਹੈ। ਚਲੋ ਆਪਨੇ ਸਦਨ ਮਝਾਰਾ ਸੁਲਤਾਨਪੁਰ ਛੱਡ ਕੇ ਆਪਣੇ ਘਰ ਰਾਏ ਭੋਏ ਦੀ ਤਲਵੰਡੀ ਵੀ ਚਲੇ ਚਲੋ। ਕੁੰਡਲੀਆ ਛੰਦ ਨਿਜ ਖੇਤੀ ਕਰਵਾਈ ਫਿਰ ਉੱਥੇ ਮਹਾਰਾ ਆਪਣੇ ਖੇਤੀ ਦਾ ਕੰਮ ਧੰਦਾ ਸ਼ੁਰੂ ਕਰਾ ਲਈਏ। ਕਾਮੇ ਦਿਓ ਰਖਾ ਮੈਂ ਮਹਾਰਾ ਬਸ ਨੌਕਰ ਚਾਕਰ ਰੱਖ ਰਖਾ ਦਿਆਂਗਾ, ਉਹ ਕਰੀ ਜਾਇਆ ਕਰ, ਤੁਸੀਂ ਨਜ਼ਰਸਾਨੀ ਕਰ ਚਲਿਆ ਕਰੋ। ਗ੍ਰਾਮ ਨਿਆਰੋ ਰਚ ਭਲੇ ਜੇ ਤੁਸੀਂ ਇਸ ਪਿੰਡ ਵਿੱਚ ਨਹੀਂ ਰਹਿਣਾ, ਵੱਖਰਾ ਪਿੰਡ ਹੀ ਬਸਾ ਲਓ। ਬਸਿਓ ਹੁਕਮ ਕਰਾ ਉਹਦੇ ਵਿੱਚ ਤੁਸੀਂ ਮਾਰਾ ਬਸ ਪਿਓ ਰਹਿ ਪਿਓ, ਮੈਨੂੰ ਹੁਕਮ ਕਰ ਦਿਓ, ਵੱਖਰਾ ਪਿੰਡ ਬਸਾ ਦਿਆਂਗੇ। ਬਸਿਓ ਹੁਕਮ ਕਰਾਏ ਹਾਂ ਬਸਿਓ ਹੁਕਮ ਕਰਾਏ ਹੈ, ਬਸਿਓ ਨਹੀਂ ਹੈ। ਬਸਿਓ ਹੁਕਮ ਕਰਾਏ ਉਹਦੇ ਵਿੱਚ ਮਹਾਰਾਜ ਤੁਸੀਂ ਕਹਿੰਦੇ ਹੁਕਮ ਕਰਦੇ ਜਾ ਰਹੇ ਹੋ। ਸਦਨ ਨਿਜ ਰਹੁ ਦੁਖ ਕਦਨਾ ਹਾਂ ਆਪਣਾ ਵੱਖਰਾ ਮਕਾਨ ਕਰਕੇ ਦੁੱਖਾਂ ਨੂੰ ਕੱਟਣ ਵਾਲੇ ਤੁਸੀਂ ਵੱਖਰੇ ਰਹਿ ਪਿਓ। ਮਾਤਾ ਬਿਰਹਿ ਅਧੀਨ ਦੇਖੋ ਮਹਾਰਾਜ ਤੁਹਾਡੀ ਜਿਹੜੀ ਮਾਂ ਹੈ ਵਿਛੋੜੇ ਦੇ ਅਧੀਨ ਹੋ ਕੇ ਬਸ ਹੋ ਕੇ ਹੋਤ ਨਹਿ ਪੇਖਤ ਬਦਨਾ ਹਾਂ ਅਧੀਨ ਹੋ ਰਹੀ ਹੈ, ਕਿਉਂਕਿ ਤੁਹਾਡਾ ਮੁਖ ਨਹੀਂ ਨਾ ਇਹ ਵੇਖ ਰਹੀ ਵੀ ਜੰਗਲ ਵਿੱਚ ਚਲੇ ਜਾਣਗੇ, ਦੂਰ ਚਲੇ ਜਾਣਗੇ। ਸੁਨ ਚਾਚਾ ਕੇ ਬਚਨ ਕੋ ਆਪਣੇ ਚਾਚੇ ਲਾਲੂ ਦੇ ਬਚਨਾਂ ਨੂੰ ਮਹਾਰਾਜ ਨੇ ਸੁਣ ਕੇ ਦੀਨਾ ਨਾਥ ਸੁਭਾਏ ਇਹਨਾਂ ਦਾ ਗਰੀਬਾਂ ਦੇ ਮਾਲਕ ਦਾ ਸੁਭਾਅ ਬੜਾ ਮਹਾਨ ਹੈ। ਸ੍ਰੀ ਮੁਖ ਖੇਤੀ ਬਿਦ ਕਹੀ ਹਾਂ ਸੁਭਾਏ ਮਾਨ ਮੁਖ ਤੋਂ ਜਿਹੜੀ ਅੰਤਰੂਪ ਰੂਪ ਵਿੱਚ ਖੇਤੀ ਕੀਤੀ ਜਾਂਦੀ ਹੈ, ਉਹਦੀ ਜੁਗਤੀ ਉਹਦਾ ਢੰਗ ਤਰੀਕਾ ਕਿਹਾ ਮਹਾਰਾਜ ਨੇ ਵੀ ਅਸੀਂ ਖੇਤੀ ਕਰਦੇ ਹਾਂ ਅੰਦਰਲੀ। ਸੋਰਠ ਰਾਗ ਉਠਾਏ ਹਾਂ ਸੋਠ ਰਾਗ ਦੇ ਵਿੱਚ ਸ਼ਬਦ ਨੂੰ ਸ਼ੁਰੂ ਕਰਕੇ ਅੰਤਰੀਵ ਖੇਤੀ ਦੱਸਦੇ ਵੀ ਇਹ ਤੂੰ ਵੀ ਕਰਿਆ ਕਰ, ਅਸੀਂ ਕਰਦੇ ਹਾਂ। ਸੋਰਠ ਮਹੱਲਾ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਮਹਾਰਾਜ ਕਹਿੰਦੇ ਵੀ ਜਿਹੜਾ ਮਨ ਹੈ ਇਹਨੂੰ ਹਾਲੀ ਬਣਾ। ਜਿਹੜਾ ਹਾਲੀ ਹੈ ਉਹ ਉਦਮੀ ਹੁੰਦਾ ਹੈ, ਤੜਕੇ 2-2:30 ਵਜੇ ਉੱਠ ਕੇ ਬੈਲ ਜੋੜ ਕੇ ਹਲ ਵਾਹੁਣ ਜਾਂਦਾ ਹੁੰਦਾ ਹੈ। ਮਹਾਰਾਜ ਕਹਿੰਦੇ ਜਿਹੜਾ ਮਨ ਹੈ ਇਹਨੂੰ ਉਦਮੀ ਬਣਾ, ਇਹਨੂੰ ਹਾਲੀ ਵਰਗਾ ਬਣਾ, ਉਦਮੀ ਤਕੜਾ ਬਣਾ ਤੇ ਕਿਰਸਾਣੀ ਕਰਨੀ। ਫਿਰ ਜਿਹੜੀ ਚੰਗੀ ਕਰਨੀ ਹੈ, ਨੇਕ ਕਰਨੀ ਹੈ, ਇਹ ਕਹਿੰਦੇ ਕਿਰਸਾਣੀ ਇਹ ਖੇਤੀ ਹੈ। ਸਰਮ ਪਾਣੀ ਤਨ ਖੇਤ ਇਹ ਜਿਹੜਾ ਸਰਮ ਕਹਿੰਦੇ ਮਿਹਨਤ ਮਸ਼ੱਕਤ ਕਰਨੀ ਹੈ ਜਾਂ ਵਿਰਾਗ ਹੈ ਧਾਰਨਾ, ਇਹ ਪਾਣੀ ਦੇਣਾ ਕਰ। ਸਰੀਰ ਇਹ ਖੇਤ ਹੈ, ਸਰੀਰ ਇਹ ਧਰਤੀ ਹੈ ਜਿਹਦੇ ਵਿੱਚ ਇਹ ਖੇਤੀ ਬੀਜਣੀ ਹੈ। ਨਾਮ ਬੀਜ ਸੰਤੋਖ ਸੁਹਾਗਾ ਜਿਹੜਾ ਨਾਮ ਦਾ ਜਪਣਾ ਇਹ ਬੀਜ ਬੀਜਣਾ ਹੈ। ਫਿਰ ਉਹ ਬੀਜ ਨੂੰ ਕੋਈ ਪੰਛੀ ਨਾ ਲੈ ਜਾਣ, ਉੱਥੋਂ ਦੀ ਸੁਹਾਗਾ ਫੇਰੀ ਜਾਏ। ਕਹਿੰਦੇ ਜਿਹੜਾ ਨਾਮ ਜਪ ਕੇ ਸੰਤੋਖ ਰੱਖਣਾ ਹੈ, ਸੰਤੁਸ਼ਟ ਰਹਿਣਾ, ਜੋ ਲੱਭ ਜਾਏ ਉਹ ਸ਼ਖਸ ਕਾ ਕੇ ਪ੍ਰਸੰਨ ਰਹਿਣਾ।
ਇਹ ਉੱਪਰ ਕਹਿੰਦੇ ਕਾਮ ਆਦਿਕਾਂ ਤੋਂ ਪਿੱਛੀਆਂ ਤੋਂ ਬਚਾਉਣ ਵਾਸਤੇ ਸੰਤੋਖ ਰੂਪੀ ਸੁਹਾਗਾ ਫੇਰ ਰੱਖ ਗਰੀਬੀ ਵੇਸ। ਜਿਹੜਾ ਖੇਤੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਜਾਏ ਉੱਤੇ ਰਾਖਾ ਬਿਠਾਈ ਦਾ ਹੈ। ਕਹਿੰਦੇ ਜਿਹੜਾ ਗਰੀਬੀ ਲਿਬਾਸ ਹੈ, ਸਾਦਾ ਲਿਬਾਸ ਹੈ, ਇਹ ਕਹਿੰਦੇ ਰਖਵਾਲਾ ਹੈ, ਬਹੁਤ ਵੱਡਾ ਪਹਿਰੇਦਾਰ ਹੈ ਇਹ। ਜਿਹੜਾ ਕੋਈ ਸਾਦਾ ਜਿਹਾ ਲਿਬਾਸ ਰੱਖਦਾ ਉਹਦਾ ਪਤਾ ਨਹੀਂ ਚੱਲਦਾ ਜਿਹਦੇ ਕੋਲ ਕਿੰਨੀ ਕਮਾਇਆ, ਕਿੰਨਾ ਕੁਛ ਹੈਗਾ ਹੈ। ਜਿਹੜਾ ਕੋਈ ਬਹੁਤਾ ਬਣ ਠਣ ਕੇ ਰਹੂਗਾ ਉਹ ਮਾਰ ਖਾਊਗਾ, ਉਹਦਾ ਨੁਕਸਾਨ ਹੁੰਦਾ ਹੈ। ਇਸੇ ਕਰਕੇ ਜਿੰਨੇ ਵੱਡੇ ਵੱਡੇ ਲੋਕ ਹੈ ਉਹ ਜ਼ਿਆਦਾਤਰ ਬਹੁਤ ਸਾਦੇ ਜਿਹੇ ਕੱਪੜੇ ਆ, ਦੂਜੇ ਖੱਦਰ ਖੁਦਰ ਜਿਹੇ ਕੱਪੜੇ ਜੇ ਪਾ ਕੇ ਰੱਖਦੇ ਹੁੰਦੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਲਿਬਾਸ ਸਾਦਾ ਰੱਖਣਾ ਹੈ, ਇਹ ਕਹਿੰਦੇ ਜਿਹੜੀ ਭਗਤੀ ਰੂਪੀ ਨਾਮ ਖੇਤੀ ਹੈ ਇਹਨੂੰ ਬਚਾਉਣ ਵਾਸਤੇ ਪਹਿਰੇਦਾਰ ਹੈ, ਰਖਵਾਲਾ ਹੈ। ਭਾਉ ਕਰਮ ਕਰ ਜੰਮਸੀ। ਜਿਹੜਾ ਵਾਹਿਗੁਰੂ ਦੀ ਕਰਮ ਹੈ, ਬਖਸ਼ਿਸ਼ ਹੈ, ਮਿਹਰ ਹੈ, ਇਹ ਕਹਿੰਦੇ ਇਹਦੇ ਨਾਲ ਪ੍ਰੇਮ ਰੂਪ ਕਹਿੰਦੇ ਜਮਾ ਹੋਏਗਾ, ਬਹੁਤਾ ਪ੍ਰੇਮ ਉਗੇਗਾ, ਪ੍ਰੇਮ ਪੈਦਾ ਹੋਵੇਗਾ ਵਾਹਿਗੁਰੂ ਦੀ ਬਖਸ਼ਿਸ਼ ਨਾਲ, ਮਿਹਰ ਨਾਲ। ਸੇ ਘਰ ਭਾਗਠ ਦੇਖ। ਜਿਨ੍ਹਾਂ ਦਾ ਕਹਿੰਦੇ ਪ੍ਰੇਮ ਵਧੇਗਾ ਉਹ ਫਿਰ ਭਾਗਾਂ ਵਾਲੇ ਘਰ, ਭਾਗਾਂ ਵਾਲੇ ਦੇ ਦੇਖੇ ਜਾਂਦੇ। ਤੂੰ ਦੇਖ ਬਾਬਾ ਮਾਇਆ ਸਾਥ ਨਾ ਹੋ। ਬਾਕੀ ਵੀ ਬਜ਼ੁਰਗਾ ਜਿਹੜੀ ਬਾਹਰਲੀ ਮਾਇਆ ਇਹ ਤਾਂ ਜਦੋਂ ਅੰਤ ਦਾ ਸਮਾਂ ਹੁੰਦਾ ਉਦੋਂ ਸਾਥੀ ਨਹੀਂ ਹੁੰਦੀ, ਨਾਲ ਨਹੀਂ ਜਾਂਦੀ ਹੈ। ਇਨ ਮਾਇਆ ਜਗ ਮੋਹਿਆ। ਜੇ ਮਾਇਆ ਨੇ ਸਾਰਾ ਸੰਸਾਰ ਮੋਹਿਆ ਹੋਇਆ ਹੈ, ਮੁਰਸ਼ਿਦ ਕੀਤਾ, ਆਪਣੇ ਅਧੀਨ ਕੀਤਾ ਹੋਇਆ ਹੈ। ਵਿਰਲਾ ਬੂਝੈ ਕੋ। ਹਰ ਇੱਕ ਨਹੀਂ, ਕੋਈ ਗੁਰਮੁਖ ਵਿਰਲਾ ਹੀ ਸਮਝਦਾ ਹੈ, ਇਹਦੇ ਵਿੱਚ ਚੰਗ ਪੰਜੇ ਤੋਂ ਬਚਦਾ ਹੈ। ਰਹਾਉ ਦਵਈਆ ਛੰਦ ਪੁਨ ਲਾਲੂ ਬੋਲਿਓ ਮੁਖ ਬਚਨਾ। ਇਸ ਤਰ੍ਹਾਂ ਦੇ ਬਚਨ ਸੁਣ ਕੇ ਫਿਰ ਲਾਲੂ ਚਾਚਾ ਮੁਖੋਂ ਬਚਿਆ, ਬੋਲਿਆ ਨਨਕਾਣੇ ਹਟ ਕਰੀਏ। ਮਹਾਰਾਜ ਚਲੋ ਜੇ ਇੱਥੇ ਤੁਸੀਂ ਹਟ ਨਹੀਂ ਨਾ, ਦੁਕਾਨ ਨਹੀਂ ਕਰਨੀ, ਮੋਦੀ ਖਾਨੇ ਕੰਮ ਨਹੀਂ, ਚਲੋ ਨਨਕਾਣਾ ਸਾਹਿਬ ਚਲੇ ਜਾਓ ਤੇ ਦੁਕਾਨ ਖੋਲ ਲਈਏ। ਰਹੋ ਸਦਨ ਨਿਜ ਬਨ ਜਾਓ ਬਨ ਜਾ। ਆਪਣੇ ਘਰੇ ਹੀ ਦੁਕਾਨ ਖੋਲ ਲੈ, ਉੱਥੇ ਕਹਿੰਦੇ ਸੌਦਾ ਪਰਦਾ ਦੇ ਕੇ ਖਰੀਦੀ ਜਾਇਆ ਕਰੋ, ਵੇਚੀ ਜਾਇਆ ਕਰੋ। ਮਮ ਬਚ ਔਰ ਮਹਿ ਧਰੀਏ। ਮੇਰੇ ਚਾਚੇ ਦੇ ਬਚਨ ਹਿਰਦੇ ਵਿੱਚ ਧਾਰ ਲਈਏ, ਬਸਾ ਲਈਏ, ਉੱਥੇ ਚੱਲ ਕੇ ਦੁਕਾਨ ਖੋਲ ਲਈਏ। ਤੁਮ ਪਸਚਾਰ ਕਰਤ ਨਿਤ ਰੋਦਨ। ਤੁਹਾਡੇ ਪਿੱਛੋਂ ਮਹਾਰਾਜ ਜਿਹੜੀ ਤੁਹਾਡੀ ਮਾਂ ਹੈ ਬਹੁਤ ਕਹਿੰਦੇ ਰੋਂਦੀ ਹੈ। ਫੇਰਹੁ ਜਨਨੀ ਘਾਤੇ। ਹੁਣ ਵੀ ਮਾਂ ਵੇਖੋ ਮਾਰਾ ਰੋ ਰਹੀ, ਇਹਦੀ ਤਰਫ ਤਾਂ ਮਾੜਾ ਮੋਟਾ ਤੁਸੀਂ ਦੇਖੋ। ਸੁਨ ਸ਼ਬਦ ਪਦ ਸ੍ਰੀ ਮੁਖ ਭਾਖੈ। ਗੁਰੂ ਮਹਾਰਾਜ ਸੁਣ ਕੇ ਸ਼ਬਦ ਦਾ ਦੂਸਰਾ ਪਦ ਕਹਿਣ ਲੱਗੇ ਹਨ। ਸ਼ੁਭ ਗਤ ਪ੍ਰਾਪਤ ਜਾਤੇ। ਇਹ ਸ਼ਬਦ ਨੂੰ ਵਿਚਾਰਨ ਕਰਕੇ ਸਭ ਗਤੀ ਪ੍ਰਾਪਤ ਹੁੰਦੀ ਹੈ, ਚੰਗੀ ਰੀਤੀ ਮਰਜ਼ਾਦਾ ਜਾਂ ਚੰਗੀ ਮੁਕਤੀ ਪ੍ਰਾਪਤ ਹੁੰਦੀ ਹੈ। ਸ਼ਬਦ ਹਾਨ ਹਟ ਕਰ ਆਰਜਾ। ਮਹਾਰਾਜ ਕਹਿੰਦੇ ਵੀ ਜਿਹੜਾ ਉਮਰ ਨੂੰ ਹਾਨ ਹੁੰਦੇ ਜਾਣਾ, ਨਾਸ ਹੁੰਦੇ ਜਾਣਾ ਸਮਝਣਾ ਹੈ, ਇਹੀ ਹੱਟ ਬਣਾ, ਇਹਨੂੰ ਦੁਕਾਨ ਸਮਝ। ਸੱਚ ਨਾਮ ਕਰ ਵਥ। ਇਹ ਜਿਹੜੀ ਉਮਰ ਰੂਪ ਜਿਹੜੀ ਹੱਟ ਹੈ ਇਹਦੇ ਚ ਕਹਿੰਦੇ ਜਿਹੜਾ ਸੱਚੇ ਨਾਮ ਦਾ ਸੌਦਾ ਤੂੰ ਰੱਖ, ਸੱਚਾ ਨਾਮ ਜਪਣ ਨੂੰ ਬਸ ਸੌਦਾ ਪਾ ਜਾਣੀ। ਆਪਣੀ ਉਮਰ ਦੇ ਵਿੱਚ ਸਵਾਸ ਸਵਾਸ ਨਾਮ ਜਪ ਕੇ ਸੌਦਾ ਰੱਖੋ। ਸੁਰਤ ਸੋਚ ਕਰ ਭਾਂਡ ਸਾਲ। ਜਿਹੜੀ ਉੱਚੀ ਸੁਰਤ ਹੈ, ਉੱਚੀ ਸੋਚ ਵਿਚਾਰ, ਆਤਮ ਵਿਚਾਰ ਹੈ, ਇਹ ਕਹਿੰਦੇ ਭਾਂਡੇ ਵਾਲੀ ਜਗ੍ਹਾ ਤੂੰ ਸਮਝਣਾ ਕਰ। ਤਿਸ ਵਿੱਚ ਤਿਸਨੂੰ ਰੱਖ। ਉਸ ਭਾਂਡ ਸਾਲ ਵਿੱਚ ਉੱਚੀ ਸੁਰਤ ਵਿੱਚ, ਉੱਚੀ ਵਿਚਾਰ ਵਿੱਚ, ਆਤਮ ਵਿਚਾਰ ਵਿੱਚ ਇਹ ਨਾਮ ਰੂਪੀ ਜਿਹੜੀ ਵਸਤੂ ਨੂੰ ਸੰਭਾਲ ਕੇ ਰੱਖ। ਉਹ ਦੁਕਾਨ ਦੇ ਵਿੱਚ ਅੱਡੋ ਸੌਦਾ ਪੱਤਾ ਰੱਖਣ ਵਾਲੀਆਂ ਪੀਪੀਆਂ ਜਿਹੀਆਂ ਹੁੰਦੀਆਂ ਨਾ, ਖਾਨੇ ਜੇ ਬਣਾਏ ਹੁੰਦੇ, ਉਹਨੂੰ ਭਾਂਡ ਸਾਲ ਕਹਿੰਦੇ। ਇਹਨੇ ਇਸ ਤਰ੍ਹਾਂ ਉੱਚੀ ਸੁਰਤ, ਉੱਚੀ ਸੋਚ, ਵਿਚਾਰ, ਆਤਮ ਵਿਚਾਰ ਇਹ ਭਾਂਡਿਆਂ ਦੀ ਜਗ੍ਹਾ ਹੈ। ਇਸ ਵਿੱਚ ਕਹਿੰਦੇ ਜਿਹੜੀ ਨਾਮ ਰੂਪੀ ਵਸਤੂ ਨੂੰ ਸੰਭਾਲ ਕੇ ਰੱਖ। ਵਣਜਾਰਿਆ ਸਿਓ ਵਣਜ ਕਰ। ਫਿਰ ਜਿਹੜੇ ਧਨਵੰਤ ਨਾਮ ਕੇ ਬਣਜਾਰੇ, ਸਾਧੂ ਸੰਤ ਰੂਪੀ ਬਣਜਾਰੇ, ਸਤਸੰਗੀ ਰੂਪੀ ਬਣਜਾਰੇ,
ਉਹਨਾਂ ਨਾਲ ਮਿਲ ਕੇ ਨਾਮ ਜਪਣ ਜਪਾਉਣ ਰੂਪ ਤੂੰ ਬਣ ਜੇ ਕਰ। ਲੈ ਲਾਹਾ ਮਨ ਹੱਸ। ਹਾਂ, ਮਨ ਦਾ ਜਿਹੜਾ ਹੱਸ ਹੈ ਕਹਿੰਦੇ ਪ੍ਰਸੰਨਤਾ ਹੈ, ਮਨ ਦਾ ਖੜਾ ਹੈ, ਇਹੀ ਕਹਿੰਦੇ ਉੱਥੇ ਲਾਹਾ ਲੈ ਲਾ, ਲਾਭ ਲੈ ਲਾ। ਕੁੰਡਲੀਆ ਛੰਦ ਤਬ ਲਾਲੂ ਕਹਿ ਤੋ ਭਇਓ। ਫੇਰ ਲਾਲੂ ਤੀਜੀ ਵਾਰ ਕਹਿਣ ਲੱਗਿਆ ਹੈ, ਹੇ ਨਾਨਕ ਸੁਖ ਰਾਸ। ਹੇ ਗੁਰੂ ਨਾਨਕ ਸਾਹਿਬ ਸੁਖਾਂ ਦੇ ਖਜ਼ਾਨਾ ਰੂਪ। ਨਾਨਕ ਜੇ ਮਨ ਫਿਰਨ ਪਰ। ਹੇ ਗੁਰੂ ਨਾਨਕ ਸਾਹਿਬ, ਜੇ ਤੁਹਾਡਾ ਜਿਹੜਾ ਮਨ ਹੈ ਫਿਰਨ ਤੁਰਨ ਨੂੰ ਕਰ ਰਹਾ ਹੈ ਵੀ ਬਾਹਰ ਫਿਰਾਂ ਤੁਰਾਂਗੇ, ਘਰ ਤੇ ਭਇਓ ਉਦਾਸ। ਅਸੀਂ ਘਰੇ ਨਹੀਂ ਰਹਿਣਾ, ਘਰ ਵੱਲੋਂ ਉਪਰਾਮ ਹੋ ਗਿਆ ਹੈ। ਘਰ ਤੇ ਭਇਓ ਉਦਾਸ ਸੋ ਲੀਜੈ ਮੋਲ ਕੇ ਕੰਨ। ਜੇ ਘਰ ਤੋਂ ਤੁਹਾਡਾ ਮਨ ਉਪਰਾਮ ਹੋ ਗਿਆ, ਫਿਰ ਮੈਂ ਤੁਹਾਡਾ ਚਾਚਾ ਕਹਿਣਾ, ਕਹਿੰਦੇ ਮੁੱਲ ਦੇ ਨਾਲ ਘੋੜੇ ਖਰੀਦ ਲਓ। ਕਰੀਐ ਤਿਨ ਕੋ ਵਣਜ। ਬਾਹਰ ਦੂਰ ਜਾ ਕੇ ਫਿਰ ਉਹਨਾਂ ਦਾ ਵਣਜ ਕਰੀ ਜੇ ਉਹਨੂੰ ਵੇਚੀ ਜਾਇਓ। ਫਿਰਿਓ ਦੇਸਨ ਜਹ ਜਾਨਾ। ਇੱਥੇ ਵੀ ਜਾਣਦੇ ਹੋ ਵੀ ਇੱਥੇ ਲਾਭ ਹੁੰਦਾ, ਉਹਨਾਂ ਦੇਸਾਂ ਵਿੱਚ ਫਿਰੀ ਤਰੀ ਚਲੇ ਜਾਓ, ਇੱਧਰੋਂ ਖਰੀਦ ਲੈ ਕਾਬਲ ਕਦਾਰ, ਦੂਜੇ ਪਾਸੇ ਜਾ ਕੇ ਵੇਚਦੇ। ਤੋ ਜਨਨੀ ਧੀਰਜ ਧਰ ਹੈ। ਐਸਾ ਜਦੋਂ ਮਹਾਰਾਜ ਤੁਸੀਂ ਇਹ ਘੋੜੇ ਖਰੀਦ ਕੇ ਬਾਹਰ ਵੇਚਣ ਲੱਗੇ, ਤਾਂ ਫਿਰ ਮਾਂ ਤੁਹਾਡੀ ਧੀਰਜ ਧਾਰੇਗੀ। ਸੁਤ ਆਵਹਿ ਫਿਰ ਧਾਮ। ਸਮਝੇ ਵੀ ਪੁੱਤਰ ਮੇਰਾ ਫਿਰ ਹੁਣ ਵਣਜ ਵਪਾਰ ਕਰਕੇ ਬਹੁਤੀ ਮਾਇਆ ਇਕੱਠੀ ਕਰਕੇ ਘਰ ਆਊਗਾ। ਸੁਨ ਸ਼ਰਵਣਨ ਸ੍ਰੀ ਮੁਖ ਭਨੈ। ਚਾਚੇ ਲਾਲੂ ਤੋਂ ਕੰਨਾਂ ਵਿੱਚ ਸੁਣ ਕੇ ਮੁਖੋਂ ਮਾਰਾ ਫੇਰ ਕਹਿਣ ਲੱਗੇ। ਤ੍ਰਿਤੀਆ ਪਦ ਅਬਰਾਮ। ਤੀਜਾ ਜਿਹੜਾ ਪਾਦਾ, ਤੀਜੀ ਹੈ ਪੌੜੀ ਹੈ ਸੋਹਣੀ, ਉਹ ਮਾਰਾ ਕਹਿਣ ਲੱਗੇ, ਕਹਿੰਦੇ ਇਹ ਤਾਂ ਵੀ ਅਸੀਂ ਕਰਦੇ ਹੀ ਆ ਵਣਜ ਵਪਾਰ। ਸ਼ਬਦ ਸੁਣ ਸਾਸਤ ਸੌਦਾਗਰੀ। ਨਾਰਾ ਕਹਿੰਦੇ ਜਿਹੜੇ ਸਤ ਸ਼ਾਸਤਰ ਹੈ ਉਹਨਾਂ ਨੂੰ ਜਿਹੜਾ ਸੁਣਨਾ ਹੈ ਨਾ, ਮਨ ਬੁੱਧ ਲਾ ਕੇ ਸ਼ਰਧਾ ਵਿਸ਼ਵਾਸ ਕਰਨਾ ਨਾਲ ਇਹ ਸੌਦਾਗਰੀ ਕਰਨੀ ਹੈ। ਸਤ ਘੋੜੇ ਲੈ ਚੱਲ। ਜਿਹੜਾ ਸਤ ਜਸ ਦਾ ਚਰਨ ਹੈ, ਇਹ ਕਹਿੰਦੇ ਘੋੜੇ ਲੈ ਕੇ ਚੱਲਣੇ ਹੈ। ਖਰਚ ਬੰਨ ਚੰਗਿਆਈਆ। ਜਿਹੜੀਆਂ ਨੇਕੀਆਂ ਭਲਾਈਆਂ ਕਰਨੀਆਂ, ਇਹ ਰਸਤੇ ਦਾ ਖਰਚ ਬੰਨਣਾ ਕੋਲ ਰੱਖਣਾ। ਮਤ ਮਨ ਜਾਣਹਿ ਕੱਲ। ਤਾਂ ਮਨ ਵੀ ਜਾਣੀ ਵੀ ਕੱਲ ਨੂੰ ਹੀ ਅੱਜ ਹੀ ਬੰਨਣਾ ਚਾਹੀਦਾ, ਨੇਕੀਆਂ ਭਲਾਈਆਂ ਜੇ ਕਰਨੀਆਂ ਚਾਹੀਦੀਆਂ ਹਨ। ਨਿਰੰਕਾਰ ਕੈ ਦੇਸ ਜਾਹਿ। ਜਿਹੜਾ ਨਿਰਾਕਾਰ ਸਰੂਪ ਆ ਉਹਦੇ ਕਹਿੰਦੇ ਦੇਸ਼ ਵਿੱਚ ਉਹਦੇ ਸਪੈ ਸਰੂਪ ਵਿੱਚ ਜਾ ਕੇ ਤਾ ਸੁਖ ਲਹੈ ਮਹਲ। ਉਹਦੇ ਸਰੂਪ ਦੀ ਮਾਰ ਪ੍ਰਾਪਤੀ ਦਾ ਫਿਰ ਤੂੰ ਸੁਖ ਲਵੇਂਗਾ। ਦੋਹਰਾ ਕਹੈ ਨਮ੍ਰਿਤ ਕੇ ਬਚਨ ਜੇ। ਜਿਹੜੇ ਨਿਵਰਤੀ ਦੇ ਬਚਨ ਮਹਾਰਾਜ ਤਿਆਗ ਦੇ ਬਚਨ ਕਹੇ ਹਨ। ਨਹ ਲਾਗਤ ਮਨ ਮਾਹਿ। ਚਾਚੇ ਲਾਲੂ ਦੇ ਮਨ ਦੇ ਵਿੱਚ ਕੋਈ ਚੰਗੇ ਨਹੀਂ ਲੱਗਦੇ ਨਿਵਰਤੀ ਦੇ ਬਚਨ। ਬਹੁਰ ਬਹੁਰ ਪ੍ਰਵਿਰਤ ਕੇ। ਮੁੜ ਮੁੜ ਕੇ ਕਹਿੰਦੇ ਸੰਸਾਰ ਦੀ ਪ੍ਰਵਿਰਤੀ ਦੇ, ਜਿਵੇਂ ਸੰਸਾਰ ਵਿੱਚ ਇਹ ਖਚਤ ਪਚਤ ਹੋ ਜਾਣ। ਕਮਲ ਬਦਨ ਸੋ ਪ੍ਰਾਹ। ਹੋਏ ਜੇ ਮੁਖੋਂ ਕਮਲ ਵਰਗੇ ਸਤਿਗੁਰਾਂ ਦੇ ਸਾਥ ਇਹ ਕਹਿੰਦਾ ਹੈ। ਦਵਈਆ ਛੰਦ ਸੁਨ ਕਾਲੂ ਪੁਨ ਬਚਨ ਬਖਾਨੇ। ਕਾਲੂ ਜੀ ਨੇ ਸੁਣ ਕੇ ਫਿਰ ਬਚਨ ਕਿਹਾ ਹੈ, ਜੋ ਤੁਮ ਇਹ ਨਹਿ ਕਰਨਾ। ਜੇ ਮਹਾਰਾਜ ਚਲੋ ਤੁਸੀਂ ਇਹ ਮੇਰੇ ਤੁਹਾਡੇ ਚਾਚੇ ਦੇ ਕਿਹਾ ਹੋਇਆ ਨਹੀਂ ਕਰਨਾ, ਨਹੀਂ ਘੋੜੇ ਖਰੀਦਣੇ। ਕਰਹੁ ਵਜ਼ੀਰੀ ਭੂਪਤ ਤਹਿ ਕੀ। ਫਿਰ ਮਹਾਰਾਜ ਉੱਥੇ ਜਿਹੜਾ ਰਾਜਾ ਹੈ ਨਾ, ਉਹਦੀ ਜਾ ਕੇ ਤੁਸੀਂ ਵਜ਼ੀਰੀ ਕਰ ਲਓ, ਵਜ਼ੀਰ ਬਣ ਜਾਓ। ਮੇਰੇ ਵਾਂਗੂ ਮੈਂ ਜਿਵੇਂ ਦੀਵਾਨ ਹੈ ਉਵੇਂ ਤੁਸੀਂ ਬਣ ਜਾਓ। ਹੁਕਮਨ ਮੁਖੇ ਉਚਰਨਾ। ਹਾਂ, ਤੁਸੀਂ ਬਾ ਮੁਖੋਂ ਹੁਕਮ ਵੀ ਕਰੀ ਜਾਣਾ, ਉਹ ਐਸੇ ਕਰ ਨਸ਼ ਪਾਈ, ਐਸੇ ਕਰ ਸਾਣੇਦਾਰਾ, ਬਸ ਹੁਕਮ ਕਰੀ ਜਾਣਾ। ਵਜ਼ੀਰ ਕਰਦੇ ਹੀ ਹੁੰਦੇ, ਹੁਕਮ ਕਰੀ ਚੱਲਿਓ। ਮੁਝ ਬਚ ਮਾਨ ਕਰ ਹੋਏ ਹੋ ਕਾਜਾ। ਮੇਰਾ ਬਚਨ ਮੰਨ ਕੇ ਕਿਸੇ ਰਾਜੇ ਦੇ ਵਜ਼ੀਰ ਬਣ ਜਾਓ, ਮੁਖੀ ਦੀਵਾਨ ਬਣ ਜਾਓ, ਕਰ ਲਓ। ਤਜ ਹੋ ਫਕੀਰੀ ਬੇਸਾ। ਹਾਂ, ਮੇਰੇ ਪਿਤਾ ਦਾ ਕਿਹਾ ਫਕੀਰਾਂ ਵਾਲਾ ਜਿਹੜਾ ਵਿਲਵਾ ਜਾਂ ਲਾ ਦਿਓ, ਖਪਨੀ ਲਾ ਕੇ ਪਰੇ ਸਿੱਟੋ, ਸਾਡੇ ਵਰਗੇ ਬਸਤਰ ਪਾਓ। ਸੁਨ ਕਰ
जतरत पद को बंदत। हाँ पिताजी तो सुन के शब्द जरा चौथा पर चौथी पौड़ी है। श्री नानक जग तेसा जो जगत दे मालक सतगुरु उन्होंने ने उच्चारण किया। शब्द लाए चित कर चाकरी। महाराज कहते जरा परमेश्वर दे विच उहदे नाम विच जां चित लाई रखना है, ये परमेश्वर दी कहते नौकरी करनी है। मन नाम कर कम। जेड़ा नाम दा मनन करना है, नाम ते भरोसा करना, एक काम करना है। बन बदिया कर धावनी। जेड़ा बुराइयां वालों मनो मन के रखना, रोक के रखना, ये धावनी करनी है, धावा करना, इधर उधर जाना होना है। ताको आखै धन। इस तरह दी भी झाकी हरदा नूं सब कोई धनता योग कहंदा है। नानक वेखै नदर कर। ਇਹ ਜਿਹੜਾ ਮਾਲਕ ਪਾਤਸ਼ਾਹ ਵਾਹਿਗੁਰੂ ਮੇਰ ਦੀ ਨਿਗਾਹ ਨਾਲ ਜਦੋਂ ਵੇਖ ਲੇਗਾ, ਚੜਾ ਚਵਗਨ ਵਨ। ਚੌਗਣਾ ਕਹਿੰਦੇ ਤੁਰਿਆ ਪਰਦਾ ਜਿਹੜਾ ਰੰਗ ਚੜ ਜਾਏਗਾ। ਸਵਈਆ ਸਰੋਨ ਸੁਨੇ ਇਵ ਤੂਸ਼ਨ ਸੈਨ। ਆਏ ਇਸ ਤਰ੍ਹਾਂ ਚੁੱਪ ਧਾਰ ਕੇ ਇਸ ਮਹਾਰਾਜ ਦੇ ਬਚਨ ਸੁਣੇ ਹਨ। ਅਧੀਨ ਭਏ ਜਨਨੀ ਜਨਕੰ ਸੋ। ਉਸ ਵੇਲੇ ਮਾਤਾ ਜੀ ਤੇ ਜਨਕੂ ਜਿਹੜੇ ਪਿਤਾ ਉਹ ਬਹੁਤ ਹੀ ਅਧੀਨ ਜੇ ਹੋਏ। ਕੌਣ ਉਪਾਏ ਨਿਕੇਤਰ ਹੈ। ਇਹ ਕਿਹੜਾ ਉਪਰਾਲਾ ਹੀ ਤਾਂ ਕਰੀਏ ਜਿਸ ਕਰਕੇ ਸਾਡੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਰਹਿ ਪੈਣ। ਬਿਰਹਾਤੁਰ ਹੋਏ ਵਿਚਾਰ ਉਰੰਸੋ। ਵਿਛੋੜੇ ਕਰਕੇ ਵਿਆਕੁਲ ਹੋ ਰਹੇ ਹੈ, ਜਿਹਦੇ ਵਿੱਚ ਵਿਚਾਰ ਰਹੇ ਹਨ। ਏਕ ਤਨੂਜੇ ਹੋਏ ਫਕੀਰ। ਇੱਕੋ ਇੱਕ ਸਾਡਾ ਪੁੱਤਰ ਹੈ, ਉਹ ਫਕੀਰ ਹੋ ਰਿਹਾ ਹੈ। ਵਿਦੇਸ਼ ਗਵੈ ਕੇ ਵਤੀਰ ਤਰੰਸੋ। ਵਿਦੇਸ਼ ਵਿੱਚ ਚਲੇ ਜਾਏਗਾ, ਕभी ਉਹ ਧੀਰ ਧਾਰਨੇ, ਕभी ਕਹਿੰਦਾ ਆਪਣੇ ਵੱਲੋਂ। ਤਾਤ ਕੋ ਮੋਹ ਨ ਭੇਵ ਪਛਾਨ ਹੈ। ਕਹਿੰਦੇ ਪਿਤਾ ਨੂੰ ਮੋਹ ਹੈ ਪੁੱਤਰ ਦਾ, ਪਰ ਭੇਦ ਨਹੀਂ ਪਛਾਣਦੇ ਹਨ ਪੁੱਤਰ ਦਾ। ਜਾਨਹਿ ਮਾਨਵ ਆਨ ਸਮੰਸੋ। ਜਿਵੇਂ ਹਾਂ ਕੋਈ ਹੋਰ ਮਨੁੱਖ ਹੁੰਦਾ ਉਹਦੇ ਸਮਾਨ ਜਾਣਦੇ ਹੈ, ਪੁੱਤਰ ਦਾ ਮੋਹ ਹੈ, ਉਹਦਾ ਭੇਦ ਨਹੀਂ ਜਾਣਦੇ ਵੀ ਇਹ ਤਾਂ ਪਰਮੇਸ਼ਰ ਹੈ। ਦੋਹਰਾ ਬੀਬੀ ਦੋਨ ਭਤੀਜ ਲੈ। ਇਧਰ ਭੈਣ ਨਾਨਕੀ ਬੀਬੀ ਦੋਵੇਂ ਭਤੀਜਿਆਂ ਨੂੰ ਸ੍ਰੀ ਚੰਦ ਤੇ ਲక్ష్ਮੀ ਦਾਸ ਨੂੰ ਨਾਲ ਲੈ ਕੇ। ਭਰਜਾਈ ਲੈ ਸਾਥ। ਆਪਣੀ ਜਿਹੜੀ ਭਰਜਾਈ ਆ ਸੁਲੱਖਣੀ ਉਹਨੂੰ ਵੀ ਨਾਲ ਲਿਆ ਇਸਨੇ। ਆਵਤ ਭੀਤਹਿ ਠੌਰ ਮਹਿ। ਉਹ ਜਗ੍ਹਾ ਚੱਲ ਕੇ ਆ ਗਈ ਹੈ ਜਹ ਗੁਰ ਦੀਨਾ ਨਾਥ। ਜਿੱਥੇ ਗਰੀਬਾਂ ਦੇ ਮਾਲਕ ਬੈਠੇ ਹਨ। ਦੋਨੋਂ ਕੋ ਸਨਮੁਖ ਕੀਓ। ਸ੍ਰੀ ਚੰਦ ਤੇ ਲక్ష్ਮੀ ਚੰਦ ਨੂੰ ਸਾਹਮਣੇ ਮਹਾਰਾਜ ਦੇ ਕਰ ਦਿੱਤਾ। ਪੁਨ ਮੁਖ ਬੈਨ ਬਖਾਨ। ਇਹ ਮੁਖੋਂ ਬਚਨ ਕਿਹਾ ਹੈ। ਇਨਕੀ ਦਸ਼ਾ ਨਿਹਾਰੀਏ। ਇਹ ਮੇਰੇ ਛੋਟੇ ਵੀਰ ਇਹਨਾਂ ਦੀ ਹਾਲਤ ਵੱਲੀ ਵੇਖੀਏ। ਹੇ ਭਰਾਤਾ ਗੁਣ ਖਾਨ। ਇਹ ਭਰਾ ਤੁਸੀਂ ਗੁਣਾ ਦੀ ਖਾਨ ਹੋ। ਕਹਿ ਸਤਿਗੁਰ ਹੈ ਭੈਣ ਜੀ। ਮਹਾਰਾਜ ਕਹਿਣ ਲੱਗੇ ਹੈ ਵੱਡੀ ਭੈਣ ਤੂੰ ਸੁਣ। ਰਾਖਾ ਇਨ ਕਰਤਾਰ। ਇਹ ਸਾਡੇ ਇਸ ਪੁੱਤਰਾਂ ਦਾ ਰੱਖਿਆ ਕਰਨ ਵਾਲਾ ਇੱਕ ਪਰਮੇਸ਼ਰ ਹੈਗਾ ਹੈ। ਪੰਥ ਚਲੈ ਸ੍ਰੀ ਚੰਦ ਕਾ। ਆ ਜਿਹੜਾ ਵੱਡਾ ਹੈ ਸ੍ਰੀ ਚੰਦ ਇਹਦਾ ਬਹੁਤ ਵੱਡਾ ਉਦਾਸੀ ਪੰਥ ਚੱਲੇਗਾ। ਲక్ష్ਮੀ ਬੰਸ ਬਿਥਾਰ। ਆ ਜਿਹੜਾ ਲక్ష్ਮੀ ਚੰਦ ਹੈ ਬੇਲੀਆਂ ਦੀ ਬੰਸ ਨੂੰ ਫੈਲਾਵੇਗਾ ਵਧਾਵੇਗਾ। ਜਾਹੋ ਅਬੈ ਸਭ ਸਦਨ ਕੋ। ਇਸ ਕਰਕੇ ਤੁਸੀਂ ਇਹ ਵਚਨ ਸੁਣ ਕੇ ਸਾਰੇ ਘਰ ਵੱਲ ਨੂੰ ਚਲੇ ਜਾਓ। ਹਮਰੋ ਗੈਲ ਤਿਆਗ। ਸਾਡਾ ਪਿੱਛਾ ਨਾ ਕਰੋ, ਸਾਡਾ ਪਿੱਛਾ ਛੱਡ ਦਿਓ। ਜਪੋ ਨਾਮ ਕਰਤਾਰ ਕਾ। ਘਰ ਦੇ ਵਿੱਚ ਬੈਠ ਕੇ ਕਰਤਾਰ ਵਾਹਿਗੁਰੂ ਦਾ ਨਾਮ ਜਪੋ ਸਾਰੇ ਜੀ। ਸੁਖ ਪਰਲੋਕ ਵੱਡ ਭਾਗ। ਇਸ ਤੋਂ ਵੱਡੇ ਭਾਗ ਹੋ ਜਾਣਗੇ, ਪਰਲੋਕ ਵਿੱਚ ਸੁਖ ਹੋ ਤੁਹਾਨੂੰ ਸਾਰਿਆਂ। ਤੁਮ ਫਕੀਰ ਹਮ ਘਰ ਬਸੈ। ਉਸ ਵੇਲੇ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਫਕੀਰ ਸਾਧੂ, ਚਲੋ ਅਸੀਂ ਘਰੇ ਵਸਦੇ ਰਹੀਏ। ਇਹੋ ਅਨੀਤ ਨਹਿ ਥਾਹਿ। ਇਹ ਮਾਰਾ ਅਨੀਤੀ ਜਿਹੜੀ ਹੈ ਕੋਈ ਚੰਗੀ ਨਹੀਂ, ਇਹ ਬੇਇਨਸਾਫੀ ਦੀ ਗੱਲ ਦੇਖਦੀ ਸਾਨੂੰ। ਕਾਰਜ ਸੰਗੈ ਲੈ ਚਲੋ। ਜਿਆਦਾ ਮਾਰਾ ਸਾਨੂੰ ਆਪਣੇ ਨਾਲ ਹੀ ਲੈ ਚੱਲੋ। ਕੈ ਮਰ ਹੈ ਬਿਖ ਖਾ। ਨਹੀਂ ਤਾਂ ਫਿਰ ਇੱਥੇ ਅਸੀਂ ਵਿਆਹ ਖਾ ਕੇ ਮਰ ਜਾਵਾਂਗੇ। ਕਹਿ ਮਾਤਾ ਤੁਮ ਏਕ ਸੁਤ। ਮਾਤਾ ਕਹਿਣ ਲੱਗੀ ਦੇਖੋ ਮਾਰਾ ਇੱਕੋ ਇੱਕ
ਤੁਸੀਂ ਮੇਰੇ ਸੁਪੁੱਤਰ ਹੋ। ਸੇ ਅਬ ਭਇਓ ਫਕੀਰ। ਹੁਣ ਮਹਾਰਾਜ ਤੁਸੀਂ ਦੇਖੋ ਫਕੀਰ ਬਣ ਗਏ, ਸਾਧੂ ਬਣ ਬੈਠੇ। ਕਰਦ ਪੇਟ ਮੈਂ ਖਾਏ ਕੈ। ਮੈਂ ਤਾਂ ਆਪਣੇ ਪੇਟ ਦੇ ਵਿੱਚ ਕਹਿੰਦੇ ਕਰ ਮਾਰ ਕੇ ਭਖੋ ਕੇ ਮਰੋ ਤੁਮਾਰੇ ਤੁਹਾਡੇ ਤੀਰ। ਕੋਲ ਬੈਠੀ ਬੈਠੀ ਮੈਂ ਮਰ ਮੁੱਕ ਜਾਵਾਂਗੀ। ਪਿਤ ਚਾਚਾ ਦੋਨੋਂ ਕਹੈ। ਪਿਓ ਤੇ ਚਾਚਾ ਲਲ ਦੋਵੇਂ ਕਹਿਣ ਲੱਗੇ, ਹੇ ਸੁਤ ਪਿਆਰੇ ਪ੍ਰਾਨ। ਇਹ ਪ੍ਰਾਣਾ ਤੋਂ ਪਿਆਰੇ ਸੁਪੁੱਤਰ ਸੁਣੋ। ਤੁਮ ਤਿਆਗੇ ਕਸ ਜੀਵ ਹੈ। ਤੁਹਾਨੂੰ ਛੱਡ ਕੇ ਅਸੀਂ ਕਿਸ ਤਰ੍ਹਾਂ ਜੀਵਨ ਰਹਿ ਰਹਾਂਗੇ। ਹਮ ਵੀ ਤਜ ਹੈ ਪ੍ਰਾਨ। ਅਸੀਂ ਵੀ ਜਦੋਂ ਤੁਸੀਂ ਚਲੇ ਗਏ ਤੇ ਵਿਛੋੜੇ ਵੀ ਸਰੀਰ ਛੱਡ ਜਾਵਾਂਗੇ। ਸਾਸ ਸਸੁਰ ਬਹੁ ਦੁਖ ਲਹੈ। ਉਧਰ ਚੰਦੋ ਰਾਣੀ ਸੱਸ ਸਹੁਰਾ ਮੂਲਚੰਦ ਬੜਾ ਦੁੱਖ ਲੈ ਰਹੇ ਹੈ। ਜਿਨੋ ਜਮਾਈ ਅਤੀਤ। ਜਿਨ੍ਹਾਂ ਦਾ ਜਮਾਈ ਗੁਰੂ ਨਾਨਕ ਫਕੀਰ ਬਣ ਰਿਹਾ, ਬਰਕਤ ਹੋ ਰਿਹਾ। ਤਨ ਜਾ ਕੀ ਦਿਸ਼ ਦੇਖ ਕੈ। ਫੇਰ ਆਪਣੀ ਲੜਕੀ ਦੀ ਤਰਫ ਦੇਖ ਕੇ, ਸੁਪੁੱਤਰੀ ਸੁਲੱਖਣੀ ਦੀ ਤਰਫ ਦੇਖ ਕੇ ਕਹਿ ਬਹੁ ਭਈ ਅਨੀਤ। ਕਹਿਣ ਲੱਗੇ ਇਹਦੇ ਲਈ ਤਾਂ ਬਹੁਤੀ ਬੇਇਨਸਾਫੀ ਦੀ ਗੱਲ ਹੋ ਗਈ ਹੈ। ਸ੍ਰੀ ਸੁਲੱਖਣੀ ਕੀ ਦਸ਼ਾ। ਹਾਂ, ਸੁਲੱਖਣੀ ਦੀ ਜਿਹੜੀ ਹਾਲਤ ਹੈ, ਕੈਸੇ ਕਰੂੰ ਬਖਾਨ। ਕੋਈ ਸੰਤ ਨੇ ਕਹਿੰਦਾ ਉਹ ਮੈਂ ਕਿਵੇਂ ਕਥਨ ਕਰਾਂ ਇੱਥੇ। ਜਿਨ ਕੇ ਸੁਆਮੀ ਫਕਰ ਭੇ। ਜਿਨ੍ਹਾਂ ਦੇ ਮਾਲਕ ਪਤੀ ਜੀ ਹੁਣ ਫਕੀਰ ਹੋ ਜਾਣ, ਨਿਕਸਤ ਤਿਸ ਕੇ ਪ੍ਰਾਨ। ਉਹਦੇ ਤਾਂ ਪ੍ਰਾਣ ਹੀ ਨਿਕਲ ਜਾਣੇ ਚਾਹੀਦੇ ਹੈ। ਸ੍ਰੀ ਚੰਦ ਲਖਮੀ ਦਾਸ ਪੁਨ। ਸ੍ਰੀ ਚੰਦ ਤੇ ਲਖਮੀ ਦਾਸ ਦੂਜਾ ਭਰਾ ਸ਼ੁਕਾਂਤਰ ਅਤ ਹੋਏ। ਉਹ ਸ਼ੋਕ ਵਿੱਚ ਵਿਆਕਲ ਹੋਏ ਹੋਏ ਦੁਖੀ ਹੋਏ। ਹੇ ਪਿਤ ਹਮ ਤਜ ਕਹਾਂ ਚੱਲੇ। ਕਹਿਣ ਲੱਗੇ ਹੇ ਪਿਤਾ ਸਾਨੂੰ ਛੱਡ ਕੇ ਕਿੱਧਰ ਨੂੰ ਤੁਸੀਂ ਚੱਲ ਰਹੇ ਹੋ। ਬਿਨਤ ਸੁਨਾਵੈ ਰੋਏ। ਰੋ ਰੋ ਕੇ ਬੇਨਤੀਆਂ ਸੁਣਾ ਰਹੇ ਮਹਾਰਾਜ ਨੂੰ। ਸ੍ਰੀ ਸਤਿਗੁਰ ਜਬ ਦੇਖਿਓ। ਜਦੋਂ ਗੁਰੂ ਮਹਾਰਾਜ ਨੇ ਦੇਖਿਆ ਮੋਹਿ ਵਸੀ ਪਰਵਾਰ। ਵੀ ਸਾਡਾ ਪਰਿਵਾਰ ਤਾਂ ਸਾਰਾ ਮੋਹ ਦੇ ਅਧੀਨ ਹੋ ਰਿਹਾ ਹੈ। ਕਿਰਪਾ ਕਰ ਸ਼ਾਂਤੀ ਦਈ। ਮਿਹਰ ਦੀ ਕਿਰਪਾ ਕਰ ਦਿੱਤੀ, ਸਾਰਿਆਂ ਨੂੰ ਸ਼ਾਂਤੀ ਬਖਸ਼ ਦਿੱਤੀ। ਸਭ ਹਨ ਦੀਨ ਦਿਆਰ। ਸਾਰਿਆਂ ਨੂੰ ਕਹਿੰਦੇ ਮਹਾਰਾਜ ਨੇ ਸ਼ਾਂਤੀ ਦੇ ਦਿੱਤੀ, ਮੋਹ ਮੇਟ ਦਿੱਤਾ। ਮੋਹ ਮੰਨਨ ਤੇ ਪਰ ਹਰਿਓ। ਸਾਰਿਆਂ ਦੇ ਮਨਾਂ ਤੋਂ ਜਿਹੜਾ ਮੋਹ ਨਾਸ਼ ਕਰਤਾ, ਦੂਰ ਕਰ ਦਿੱਤਾ। ਪੁਨਾ ਬਚਨ ਅਸਕੀਨ। ਫਿਰ ਉਦੋਂ ਬਾਅਦ ਇਸ ਤਰ੍ਹਾਂ ਦਾ ਵਚਨ ਕਿਹਾ ਮਹਾਰਾਜ ਨੇ। ਮਿਲ ਵਿਚਰਨ ਸੰਸਾਰ ਕੋ। ਮਹਾਰਾਜ ਕਹਿੰਦੇ ਸੰਸਾਰ ਵਿੱਚ ਮਿਲ ਵੀ ਜਾਈਦਾ, ਵਿਛੜ ਵੀ ਜਾਈਦਾ। ਇਸ ਸੰਸਾਰ ਦਾ ਐਸਾ ਹੀ ਹੈ, ਇੱਥੇ ਮਿਲਦੇ ਰਹਿੰਦੇ, ਵਿਛੜਦੇ ਰਹਿੰਦੇ। ਨਦੀ ਨਾਵ ਜਿਮ ਚੀਨ। ਜਿਵੇਂ ਨਦੀ ਤੇ ਬੇੜੀ ਖੜੋਤੀ ਹੁੰਦੀ ਹੈ, ਉਹ ਭਰ ਜਾਂਦੀ, ਜਦੋਂ ਪਾਰ ਲੰਘ ਜਾਂਦੇ ਆ, ਕੋਈ ਕਿੱਧਰ ਨੂੰ ਚਲਾ ਜਾਂਦਾ, ਕੋਈ ਕਿੱਧਰ ਨੂੰ ਆਈ ਹੈ। ਕਹਿੰਦੇ ਆ ਜਾਂਦੇ ਇੱਥੇ ਸੰਸਾਰ ਨਦੀ ਦੇ ਤੇ ਚਲੇ ਵੀ ਜਾਂਦੇ, ਖਿੜ ਜਾਂਦੇ। ਜੇ ਜਾਵਹ ਅਬ ਖੁਸ਼ੀ ਸੇ। ਮਹਾਰਾਜ ਕਹਿੰਦੇ ਵੀ ਜੇ ਤਾਂ ਸਾਰੇ ਖੁਸ਼ੀ ਖੁਸ਼ੀ ਹੁਣ ਤੁਸੀਂ ਚਲੇ ਜਾਓਗੇ, ਹਮ ਭੀ ਹਰਖ ਕਰਾ। ਫੇਰ ਤਾਂ ਅਸੀਂ ਵੀ ਬੜੀ ਪ੍ਰਸੰਨਤਾ ਕਰਾਂਗੇ। ਅਬ ਚੱਲ ਹੈ ਕਿਤ ਔਰ ਕੋ। ਹੁਣ ਤਾਂ ਅਸੀਂ ਕਿਸੇ ਤਰਫ ਜ਼ਰੂਰ ਜਾਵਾਂਗੇ। ਬਹੁਰ ਮਿਲਾਂਗੇ ਆਹੇ। ਜੇ ਖੁਸ਼ੀ ਖੁਸ਼ੀ ਤੋਰ ਦਿਓ ਫੇਰ ਜ਼ਰੂਰ ਆ ਕੇ ਆ ਮਿਲਾਂਗੇ। ਕਹੈ ਨਾਨਕੀ ਭਰਾਤ ਜੀ। ਹਾਂ, ਨਾਨਕੀ ਜੀ ਕਹਿਣਗੇ ਹੈ ਭਰਾ ਜੀ, ਹਮਰੋ ਕੌਣ ਹਵਾ। ਜਦੋਂ ਤੁਸੀਂ ਚਲੇ ਗਏ ਮਹਾਰਾਜ ਸਾਡਾ ਕਿਹੋ ਜਿਹਾ ਹਾਲ ਚਾਲ ਹੋਊ। ਬੀਬੀ ਸਿਮਰਨ ਜਬ ਕਰੋ। ਮਹਾਰਾਜ ਕਹਿੰਦੇ ਬੀਬੀ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ, ਆਏ ਮਿਲੋ ਤਿਸ ਕਾਲ। ਉਸੇ ਸਮੇਂ ਅਸੀਂ ਆ ਕੇ ਮਿਲ ਜੁਲ ਜਾਇਆ ਕਰਾਂਗੇ। ਚੌਪਈ ਸੁਨ ਸਤਿਗੁਰ ਭੇ ਤਿਸ ਤਬ ਤਿਸ ਕਾਲਾ। ਹਾਂ, ਸਤਿਗੁਰੂ ਤੋਂ ਉਸ ਸਮੇਂ ਸੁਣ ਕਰਕੇ ਭਏ ਤੂਸ਼ਨੀ ਸਭੀ ਵਿਸਾਲਾ। ਜਿੰਨੇ ਪਰਿਵਾਰ ਦੇ ਜੀਆ ਜੰਤ ਸਭ ਚੁੱਪਚਾਪ ਹੋ ਗਏ ਹਨ। ਚਲਤ ਭਏ ਮਨ ਭੈ ਕੋ ਪਾਈ। ਮਨ ਵਿੱਚ ਪੈਦ ਪਾ ਕੇ ਚਲੇ ਗਏ ਹਨ। ਫਿਰ ਮਿਲਨ ਕੀ ਆਸ ਫਿਰ ਰਖਾਈ। ਮਹਾਰਾਜ ਆ ਕੇ ਫੇਰ ਮਿਲਣਗੇ, ਇਸ ਤਰ੍ਹਾਂ ਕਹਿੰਦੇ ਆਸਾ ਰੱਖੀ ਹੈ। ਸ੍ਰੀ ਕਾਲੂ ਚੰਦ ਬਾਤ ਵਿਚਾਰੀ। ਹਾਂ, ਕਾਲੂ ਚੰਦ ਜੀ ਨੇ ਇਸ ਤਰ੍ਹਾਂ ਗੱਲ ਸੋਚੀ ਵਿਚਾਰੀ ਹੈ। ਨੁਖਾ ਸਾਥ ਲੈ ਚੱਲੋ ਅਗਾਰੀ। ਜਿਹੜੀ ਨੂੰ ਸੁਲੱਖਣੀ ਉਹਨੂੰ ਮੈਂ ਲੈ ਕੇ ਆਪਣੇ ਘਰੇ ਚਲੇ ਜਾਵਾਂ। ਕਰ ਤਿਆਰੀ ਸੰਗ ਨੁਖਾ ਲਵਾਈ। ਯਾਰੀ
ਤਿਆਰੀ ਕਰਕੇ ਨੂੰਹ ਸੁਲੱਖਣੀ ਨੂੰ ਨਾਲ ਲੈ ਲਿਆ ਕਾਲੂ ਜੀ ਨੇ। ਸ੍ਰੀ ਨਨਕਾਣੇ ਪਹੁੰਚਿਓ ਜਾਈ, ਜਿੱਥੇ ਨਨਕਾਣਾ ਸਾਹਿਬ ਹੈ ਉੱਥੇ ਆ ਪਹੁੰਚਾ ਹੈ। ਲਖਮੀ ਚੰਦ ਗਮਨਿਓ ਤਿੰਨ ਸਾਥ, ਲਖਮੀ ਚੰਦ ਵੀ ਇਸ ਤਰ੍ਹਾਂ ਕਾਲੂ ਜੀ ਦੇ ਨਾਲ ਹੀ ਚਲਿਆ ਗਿਆ। ਸ੍ਰੀ ਚੰਦ ਪਿਤ ਭਗਨੀ ਹਾਥ, ਹਾਂ, ਜਿਹੜਾ ਸ੍ਰੀ ਚੰਦ ਹੈ ਉਹ ਜੋ ਪਿਤਾ ਦੀ ਭੈਣ ਹੈ, ਉਹ ਭਾਵ ਨਾਨਕੀ ਹੈ, ਉਹਨਾਂ ਦੇ ਹੱਥਾਂ ਵਿੱਚ ਉਹ ਇੱਥੇ ਰਹਿ ਪਿਆ ਸੁਲਤਾਨਪੁਰ। ਇਹ ਲਖਮੀ ਚੰਦ ਉਧਰ ਕਾਲੂ ਜੀ ਦੇ ਨਾਲ ਚਲਿਆ ਗਿਆ ਹੈ। ਮੂਲ ਚੰਦ ਅਰ ਰਾਣੀ ਚੰਦੋ, ਹਾਂ, ਇਸ ਤਰ੍ਹਾਂ ਜਿਹੜਾ ਮੂਲ ਚੰਦ ਹੈ ਤੇ ਚੰਦੋ ਰਾਣੀ ਸੱਸ ਸਹੁਰਾ ਹੈ। ਗਮਨੇ ਸਦਨ ਸੋ ਬਿਨਾ ਆਨੰਦੋ, ਬਿਨਾ ਆਨੰਦ ਤੋਂ ਸ਼ੋਗਮ ਡੁੱਬੇ ਉਹ ਵਿਚਾਰੇ ਘਰ ਚਲੇ ਗਏ ਬਟਾਲੇ ਵੱਲ ਨੂੰ। ਇਸ ਤਰ੍ਹਾਂ ਇਹ ਪਰਿਵਾਰ ਆਪੋ ਆਪਣੀ ਥਾਂ ਟਿਕਾਣੇ ਨੂੰ ਚੱਲ ਪਿਆ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਇਹ ਦੌਲਤ ਖਾਂ ਦੇ ਨਾਲ ਕੋਈ ਗੱਲਬਾਤ ਕਰਕੇ ਫਿਰ ਜਿਹੜੇ ਗੁਰਪਈਏ ਵਗੈਰਾ ਉਹਨਾਂ ਦੇ ਸੰਬੰਧ ਵਿੱਚ ਕੁਝ ਕਹਿ ਸੁਣਾ ਕੇ ਹੋਰ ਜਿਹੜੇ ਕੋਈ ਮਲਾਉਣੇ ਜੇ ਉਹਨਾਂ ਨਾਲ ਗੱਲਬਾਤ ਕਰਕੇ ਆਪ ਸੰਸਾਰ ਦੇ ਤਾਰਨ ਲਈ ਆਪ ਜੀ ਨੇ ਇਹ ਪਹਿਲੀ ਉਦਾਸੀ ਸ਼ੁਰੂ ਕੀਤੀ ਸੀ। ਉਹ ਪ੍ਰਸੰਗ ਅੱਗੇ ਅਗਲੇ ਦੀਵਾਨਾਂ ਵਿੱਚ ਆਏਗਾ, ਉਹ ਆਪਾਂ ਮਨ ਲਾ ਕੇ ਇਸੇ ਤਰ੍ਹਾਂ ਇਹ ਸਰਵਣ ਕਰਾਂਗੇ। ਹੁਣ ਸਮਾਪੁਰ ਜਾ ਰਹੇ ਇੱਥੇ ਸਮਾਪਤੀ ਹੈ ਜੀ। ਲਖਮੀ ਚੰਦ ਗਮਨਿਓ ਤਿੰਨ ਸਾਥ, ਸ੍ਰੀ ਚੰਦ ਪਿਤ ਭਗਨੀ ਹਾਥ, ਮੂਲ ਚੰਦ ਅਰ ਰਾਣੀ ਚੰਦੋ, ਗਮਨੇ ਸਦਨ ਸੁਬਿਨਾ ਆਨੰਦੋ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪ੍ਰਥਮ ਮਹੱਲੇ ਮੋਦੀ ਖਾਨਾ ਲੁਟਾਵਣ ਪ੍ਰਸੰਗ ਵਰਣਨ ਨਾਮ ਓਨ ਬਿਸੰਤੀ ਮੰਦਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनाश, हे पूरन हे सर्व में दुख पंजन गुणतार, हे संगी हे निरंकार, हे निर्गुण सब टेक, हे गोविंद हे गुण निधान, यंके सदा भवे। हे अपरंपर हर हरे है पी हो वनहार, हे संतं का सदा संग निदारा आधार। हे ठाकुर हाँ दासरो मैं निर्गुण गुण नहीं कोय, नानक दीजै नाम दान राखो हिय परो। आए प्रभु शरणागति कृपा निज दयाल, एक अखर हर मन वस्त नानक होत निहाल। वाहिगुरु नाम जहाज है चढ़े सो तेरे पार, जो सरदा कर सेवंदे गुरु पारे उतारन हार। जो सरदा कर सेवंदे गुरु पारे उतारन हार। तुम ठाकुर तुम